ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਇਸ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 9 ਮਾਰਚ ਦਿਨ ਹੈਗਾ ਜੀ ਸੋਮਵਾਰ ਦਾ। ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209-277-0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਆਪਾਂ ਸ਼ੁਰੂ। ਆਪਾਂ ਬੀਤੇ ਵੀਕਐਂਡ 'ਤੇ ਵੀ ਗੱਲ ਕੀਤੀ ਸੀ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ, ਅਤੇ ਕਹਿੰਦੇ ਹੋਰ ਮੂੰਹ ਦੇ ਮੂੰਹ ਡਿੱਗੀਆਂ ਨੇ। ਹਾਂਜੀ ਬਿਲਕੁਲ, ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਡਿੱਗ ਪਈਆਂ। ਕਹਿਣ ਦਾ ਮਤਲਬ ਹੈ ਕਿ ਜਿੱਦਾਂ ਮੋਦੀ ਸਾਹਿਬ ਨੇ ਕਿਹਾ ਸੀਗਾ ਨਾ ਕਿ ਮੈਂ ਲੱਕੀ PM ਆ, ਤੇ ਜਿਹੜਾ ਪਿਛਲਾ ਸੀ ਉਹ ਅਨਲੱਕੀ ਸੀਗਾ, ਕਿਉਂਕਿ ਉਸ ਸਮੇਂ ਤੁਹਾਨੂੰ ਚੇਤੇ ਹੋਣਾ ਜਦੋਂ ਇਹ ਸੱਤਾ 'ਚ ਆਏ ਸਨ ਪਹਿਲੀ ਦਫਾ, ਤਾਂ ਉਦੋਂ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਥੋੜੀਆਂ ਸਨ। ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ 2-2.5 ਸਾਲ ਕੰਮ ਠੀਕ ਰਿਹਾ ਜੀ, ਤਕਰੀਬਨ ਕਹਿ ਲਈਏ ਕਿ 17 ਤੱਕ ਵਧੀਆ ਚੱਲਿਆ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਲੱਕੀ PM ਸੀਗਾ ਉਹ ਵੀ ਥੋੜਾ ਜਿਹਾ ਅਨਲੱਕੀ ਹੋ ਗਿਆ। ਤਾਂ ਖੈਰ ਇਹ ਸਭ ਕੁਛ ਹੈ ਜਿਹੜਾ ਹੁਣ ਟੁੱਟ ਗਿਆ। ਇਸ ਖੜੋਤ ਨੂੰ ਕਹਿ ਲਈਏ ਜੋ ਚੱਲ ਰਹੀ ਸੀ ਕਿ ਕਦੋਂ ਤੇਲ ਥੋੜਾ ਜਿਹਾ ਥੱਲੇ ਆਵੇ, ਕਦੋਂ ਤੇਲ ਦੀਆਂ ਕੀਮਤਾਂ 'ਚ ਜਿਹੜੀ ਅੱਗ ਲੱਗੀ ਉਹ ਬੁਝੇ। ਤਾਂ ਉਹ ਜਿਹੜੀ ਉਡੀਕ ਸੀ ਉਹਦੀ ਖੜੋਤ ਨੂੰ ਹੁਣ ਇੱਕ ਤਰ੍ਹਾਂ ਕਹਿ ਲਈਏ ਕਿ ਜੋ ਆਇਲ ਵਾਰ ਆ, ਜਿੱਦਾਂ ਅਮਰੀਕਾ ਤੇ ਚਾਈਨਾ ਦਾ ਟ੍ਰੇਡ ਵਾਰ ਚੱਲ ਰਿਹਾ, ਤਾਂ ਇਹ ਜਿਹੜਾ ਆਇਲ ਵਾਰ ਚੱਲਿਆ ਇਹਨੇ ਇੱਕੋ ਵਾਰ ਦੇ ਵਿੱਚ ਉਸ ਖੜੋਤ ਨੂੰ ਤੋੜ ਦਿੱਤਾ। ਤਾਂ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ OPEC ਇੱਕ ਬਹੁਤ ਵੱਡੀ ਇਹਨਾਂ ਦੀ ਆਪਣੀ ਜਥੇਬੰਦੀ ਆ, ਆਪਣੀ ਇੱਕ ਸੰਸਥਾ ਹੈ ਜਿਹੜੀ ਉਹ ਸਾਰੇ ਤੇਲ ਉਤਪਾਦਕ ਦੇਸ਼ਾਂ ਨੂੰ ਨਾਲ ਲੈ ਕੇ ਚੱਲਦੀ ਆ। ਪਰ ਰੂਸ ਆ ਜਿਹੜਾ ਉਹ ਇਹਨਾਂ ਦਾ ਸਾਥੀ ਜ਼ਰੂਰ ਆ OPEC ਦੇ ਵਿੱਚ, ਉਹਦੀ ਮੇਰੇ ਖਿਆਲ ਦੇ ਨਾਲ ਹਿੱਸੇਦਾਰੀ ਤੇ ਹੈ ਨਹੀਂ ਗੀ। ਪਰ ਇਹਨਾਂ ਦਾ ਆਪੋ ਵਿੱਚ ਦੀ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੇਲ ਵਾਲਾ ਜੰਗ ਚੱਲ ਪਿਆ। ਇਹ ਚਾਹੁੰਦੇ ਸਨ ਸਾਊਦੀ ਅਰਬ ਵਾਲੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਵੇਂ ਕੀਮਤਾਂ ਜਿਹੜੀਆਂ ਉਹ ਡਿੱਗ ਰਹੀਆਂ ਨੇ, ਥੋੜਾ ਜਿਹਾ ਕਰੀਏ, ਥੋੜਾ ਜਿਹਾ ਬਾਜ਼ਾਰ ਨੂੰ ਖੋਲੀਏ, ਪਰ ਇਹਨਾਂ ਦੀ ਸਹਿਮਤੀ ਨਹੀਂ ਬਣੀ। ਤਾਂ ਇਹਨਾਂ ਨੇ ਫਿਰ ਆਪਣੇ ਪੱਧਰ ਤੇ ਹੀ ਹੁਣ ਐਲਾਨ ਕਰ ਦਿੱਤਾ ਕਿ ਭਾਈ ਅਸੀਂ ਤੇ ਜਾਵਾਂਗੇ ਹੁਣ ਜਿੱਥੋਂ ਤੱਕ ਵੀ ਜਾਂਦਾ, ਤੇ ਅਸੀਂ ਜਿਹੜੀ 97 ਲੱਖ ਬੈਰਲ ਦੀ ਜਿਹੜੀ ਉਤਪਾਦਨ ਸ਼ਕਤੀ ਆ ਉਹਨੂੰ ਵਧਾ ਕੇ 1 ਕਰੋੜ ਬੈਰਲ ਤੋਂ ਵੀ ਉੱਤੇ ਲੈ ਜਾਵਾਂਗੇ। ਮਤਲਬ ਕਿ ਜਿਹੜੀ ਇੱਕ ਦਿਨ ਦੀ ਸ਼ਾਇਦ ਇਹਨਾਂ ਦੀ ਮੇਰੇ ਖਿਆਲ ਦੇ ਨਾਲ ਬਣੇਗੀ ਉਹ। ਤਾਂ ਜਿਹੜੀ ਉਤਪਾਦਨ ਸ਼ਕਤੀ ਆ ਉਹ ਦੇਖ ਲਓ, ਕਹਿੰਦੇ ਆ ਕਿ ਅਸੀਂ ਲੋੜ ਪਈ ਤੇ 1-1.25 ਕਰੋੜ ਬੈਰਲ ਤੱਕ ਵੀ ਲੈ ਜਾਵਾਂਗੇ। ਤਾਂ ਜਦ ਉਤਪਾਦਨ ਵੱਧ ਜਾਏਗਾ ਇਹਦਾ ਮਤਲਬ ਹੈ ਕਿ ਰੇਟ ਆਪਣੇ ਆਪ ਡਿੱਗੇਗਾ, ਔਰ ਉਹਦਾ ਨਤੀਜਾ ਵੀ ਤੁਹਾਡੇ ਸਾਹਮਣੇ ਹੀ ਆ ਕਿ ਦੇਖ ਲਓ ਕਿ ਨਾਲ ਦੀ ਨਾਲ ਹੀ ਕੀਮਤਾਂ ਜਿਹੜੀਆਂ ਲਗਭਗ ਤੀਜਾ ਹਿੱਸਾ ਜਿਹੜਾ ਉਹ ਡਿੱਗ ਪਈਆਂ। ਤਾਂ ਇੰਡੀਆ ਤੇ ਇਹਦਾ ਬਹੁਤ ਸਿੱਧਾ ਅਸਰ ਹੁੰਦਾ ਹੈ, ਕਿਉਂਕਿ 80% ਤੇਲ ਜਿਹੜਾ ਉਹ ਇਹ ਖਰੀਦਦੇ ਆ। ਇਹਨਾਂ ਦੇ ਕੋਲ ਤੁਹਾਨੂੰ ਪਤਾ ਹੀ ਐਨਰਜੀ ਵਾਸਤੇ ਤੇਲ ਬਹੁਤ ਘੱਟ ਹੈ। ਤਾਂ ਖੈਰ ਹੁਣ ਜਿਹੜੀ 80% ਇਹਨਾਂ ਦੀ ਖਰੀਦਦਾਰੀ ਆ ਉਹ ਥੋੜ੍ਹੀ ਜਿਹੀ ਸਬੱਲੀ ਹੋ ਜਾਊਗੀ। ਵੈਸੇ ਜੇ ਵੇਖੀਏ ਆਪਾਂ, ਜਿੰਨਾ ਤੇਲ ਘਟਿਆ 30-35% ਆ ਗਈ ਆ ਕਟੌਤੀ ਹੁਣ ਕੱਚੇ ਤੇਲ ਦੇ ਵਿੱਚ, ਤੇ ਉਹ ਇੰਨਾ ਘਟਿਆ ਇਸ ਵੇਲੇ ਕਿ ਜੇ ਤੁਸੀਂ ਵੇਖੋਗੇ ਇੰਡੀਆ 'ਚ 20 ਰੁਪਈਆਂ ਦੀ ਪਾਣੀ ਦੀ ਲੀਟਰ ਦੀ ਬੋਤਲ ਆ, ਜਦ ਕਿ ਕਰੂਡ ਆਇਲ ਇਸ ਟਾਈਮ ਇਹਨਾਂ ਨੂੰ 14 ਰੁਪਈਏ ਪੈਣ ਡਿਆ, ਮਤਲਬ ਪਾਣੀ ਤੋਂ ਵੀ ਸਸਤਾ। ਤਾਂ ਇਸ ਲਿਹਾਜ਼ ਦੇ ਨਾਲ ਤੇ ਜਿਹੜੀਆਂ ਤੇਲ ਦੀਆਂ ਕੀਮਤਾਂ ਉਹ ਥੱਲੇ ਆ ਜਾਣੀਆਂ ਚਾਹੀਦੀਆਂ ਸੀਗੀਆਂ, ਕਿਉਂਕਿ ਜਦ ਰੇਟ 'ਚ ਇਜ਼ਾਫਾ ਹੁੰਦਾ, ਕਰੂਡ ਆਇਲ ਦੇ ਰੇਟ 'ਚ ਇਜ਼ਾਫਾ ਹੁੰਦਾ, ਤੇ ਤਦ ਤੇ ਇਹ ਨਾਲ ਦੀ ਨਾਲ ਚੱਕ ਦਿੰਦੇ ਆ ਕੰਮ। ਪਰ ਤੁਸੀਂ ਵੇਖ ਲਓ ਕਿ ਕਰੂਡ ਆਇਲ ਜੇ ਆਪਾਂ 2013 ਦੀ ਗੱਲ ਕਰੀਏ, ਉਸ ਸਮੇਂ 6926 ਪਰ ਬੈਰਲ ਸੀਗਾ, ਰੁਪਈਏ ਮੈਂ ਕਹਿ ਰਿਹਾ 6926 ਪਰ ਬੈਰਲ।
ਤਾਂ ਉਸ ਵੇਲੇ ਪੈਟਰੋਲ ਦੀ ਕੀਮਤ ਦਿੱਲੀ 'ਚ 76 ਰੁਪਏ ਸੀ। ਤਾਂ ਅੱਜ ਦੀ ਰੇਟ ਦੇ ਵਿੱਚ ਇਹ ਜਿਹੜੀ ਕੀਮਤ ਆ ਕਰੂਡ ਦੀ ਉਹ 2496 ਪਰ ਬੈਰਲ ਹੈ, ਜਦ ਕਿ ਪੈਟਰੋਲ ਦੀ ਕੀਮਤ 71 ਰੁਪਏ 53 ਪੈਸੇ ਆ। ਇਹ ਜਿਹੜੇ ਸ੍ਰੀਵਾਸਤਵ ਪੱਤਰਕਾਰ ਆ ਬਹੁਤ ਵੱਡੇ, ਉਹਨਾਂ ਨੇ ਟਵੀਟ ਵੀ ਕੀਤਾ ਹੋਇਆ ਜੀ। ਤਾਂ ਖੈਰ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿੰਨਾ ਫਾਇਦਾ ਮਿਲਣਾ ਚਾਹੀਦਾ, ਜੋ ਇੱਕ ਗਾਹਕ ਬਾਜ਼ਾਰ ਦੇ ਹਵਾਲੇ ਕੀਤਾ ਹੋਇਆ ਇਹਨਾਂ ਨੇ ਕਿ ਹਾਂ ਭਾਈ ਜੇ ਬਾਜ਼ਾਰ ਦੇ ਰੇਟਾਂ 'ਚ ਆਊਗਾ ਉਛਾਲ ਤੇ ਤੁਹਾਨੂੰ ਨਾਲ ਦੀ ਨਾਲ ਜਿਹੜੀ ਜੇਬ ਆ ਹੌਲੀ ਕਰਨੀ ਪਊਗੀ। ਪਰ ਜਦੋਂ ਇਸ ਤਰ੍ਹਾਂ ਦੀ ਕਟੌਤੀ ਹੁੰਦੀ ਹੈ ਤੇ ਬਹੁਤ ਵੱਡੀ ਕਟੌਤੀ ਹੁੰਦੀ ਹੈ, ਉਦੋਂ ਇੰਡੀਆ ਦੇ ਲੋਕਾਂ ਨੂੰ ਜਿਹੜੇ ਖਾਸ ਤੌਰ ਤੇ ਉਪਭੋਗਤਾ ਨੇ, ਬਾਜ਼ਾਰੂ ਉਪਭੋਗਤਾ ਕਹਿ ਲਓ, ਤਾਂ ਉਹਨਾਂ ਨੂੰ ਬਹੁਤ ਲੇਟ ਫਾਇਦਾ ਮਿਲਦਾ। ਇਹਨਾਂ ਨੇ ਫਾਇਦਾ ਦੇਣਾ ਪੈਸਿਆਂ ਦੇ ਵਿੱਚ, ਔਰ ਜਦ ਤੱਕ ਇਹ ਲੈ ਕੇ ਜਾਣਗੇ ਥੋੜਾ ਕੋਈ 2-4 ਰੁਪਏ ਹੋਰ ਹੇਠਾਂ, ਤਦ ਤੱਕ ਕੱਚੇ ਤੇਲ ਦੀਆਂ ਕੀਮਤਾਂ 'ਚ ਹੋ ਸਕਦਾ ਦੁਬਾਰਾ ਉਛਾਲ ਆ ਜਾਵੇ, ਕਿਉਂਕਿ ਬਾਜ਼ਾਰ ਹੈ, ਬਾਜ਼ਾਰ ਦਾ ਕੋਈ ਪਤਾ ਨਹੀਂ ਲੱਗਦਾ। ਤਾਂ ਖੈਰ ਜੋ ਮਰਜ਼ੀ ਆ, ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਵਾਰੀ ਨਰਿੰਦਰ ਮੋਦੀ ਸਰਕਾਰ ਵਾਸਤੇ ਸੁੱਖ ਦਾ ਸਾਹ ਜ਼ਰੂਰ ਹੈ, ਕਿਉਂਕਿ ਕਰੋਨਾ ਵਾਇਰਸ ਕਰਕੇ ਜਾਂ ਇਕੋਨੋਮਿਕਲੀ ਜੋ ਡਾਊਨਫਾਲ ਆ ਉਹਦੇ ਕਰਕੇ ਸਮੱਸਿਆਵਾਂ ਇਹਨਾਂ ਕੋਲ ਕਾਫੀ ਸਨ। ਪਰ ਕਿਸੇ ਪਾਸਿਓਂ ਹਵਾ ਦਾ ਬੁੱਲਾ ਜਿਹੜਾ ਉਹ ਠੰਡਾ ਸੀ ਤੇ ਇਹਨਾਂ ਦੇ ਲਈ। ਪਰ ਇੱਕ ਨਾਲ ਚਿੰਤਾਜਨਕ ਗੱਲ ਹੋ ਰਿਹਾ ਕਿ ਰੁਪਈਆ ਸਾਡਾ ਇਸ ਵੇਲੇ ਏਸ਼ੀਆ ਦੀ ਸਭ ਤੋਂ ਖਰਾਬ ਕਰੰਸੀ ਬਣ ਚੁੱਕਾ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ, ਕਿਉਂਕਿ ਡਾਲਰ ਤੇ ਰੁਪਈਏ ਨਾਲ ਹੀ ਖਰੀਦਣਾ ਹੈ ਨਾ। ਹੁਣ ਇਹ ਤੇ ਹੈ ਨੀਗਾ ਕਿ ਅਸੀਂ ਕਹਿ ਦਈਏ ਕਿ ਕਰੋਨਾ ਚੱਲਦਾ ਪਿਆ ਵੀ ਸਾਡੇ ਵੀ ਜਿਹੜੇ ਰੁਪਈਏ ਆ ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ, ਤੁਸੀਂ ਹੋਰ ਕੁਛ ਲੈ ਲਓ ਸਾਡੇ ਕੋਲੋਂ। ਤਾਂ ਉਹਨਾਂ ਨੇ ਤਾਂ ਰੁਪਈਆ ਵੱਟੇ ਡਾਲਰ ਦੇਣੇ ਆ। ਤਾਂ ਉਹ ਇੱਕ ਮੇਰੇ ਖਿਆਲ ਦੇ ਨਾਲ ਬਹੁਤ ਗੰਭੀਰ ਇਹਨਾਂ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਇਹਨਾਂ ਦਾ ਜਿਹੜਾ ਰੁਪਈਆ ਇਸ ਵੇਲੇ ਬਹੁਤ ਜ਼ਿਆਦਾ ਖਰਾਬ ਹਾਲਤ 'ਚ ਹੈ। ਮੇਰੇ ਖਿਆਲ ਦੇ ਨਾਲ 74.16 ਤੇ ਪਹੁੰਚ ਚੁੱਕਾ, ਬਹੁਤ ਵੱਡੀ ਗਿਰਾਵਟ ਹੈ ਉਹਦੇ ਵਿੱਚ। ਤਾਂ ਏਸ਼ੀਆ ਦੀ ਸਭ ਤੋਂ ਫਿਲਹਾਲ ਜੇ ਆਪਾਂ ਕਹੀਏ ਸਭ ਤੋਂ ਖਰਾਬ ਕਰੰਸੀ ਆ। ਤਾਂ ਉਹ ਇੱਕ ਪਾਸੇ ਜਿਵੇਂ ਉਹ ਕਹਿੰਦੇ ਹੁੰਦੇ ਨਾ, ਭਾਦਰੋਂ ਦਾ ਛਿੱਲਾ ਇੱਕ ਸਿੰਘ ਸੁੱਕਾ ਤੇ ਇੱਕ ਗਿੱਲਾ, ਹਿਸਾਬ ਕਿਤਾਬ ਉਹੀ ਆ ਕਿ ਇੱਕ ਪਾਸਿਓਂ ਸੁੱਕਾ ਹੈ ਕੰਮ ਤੇ ਇੱਕ ਪਾਸਿਓਂ ਗਿੱਲਾ, ਕਿ ਰਾਹਤ ਮਿਲ ਰਹੀ ਹੈ, ਪਰ ਦੂਸਰੇ ਪਾਸਿਓਂ ਉਹੀ ਚੀਜ਼ ਜਿਹੜੀ ਡਰਾ ਰਹੀ ਹੈ, ਜਿਹੜੀ ਇਸੇ ਚੀਜ਼ ਨਾਲ ਜੁੜੀ ਆ ਕਿਉਂਕਿ ਤੇਲ ਦੀ ਖਰੀਦੋ ਫਰੋਖਤ ਤੁਹਾਨੂੰ ਪਤਾ ਡਾਲਰਾਂ 'ਚ ਹੁੰਦੀ ਆ ਜੀ, ਜ਼ਿਆਦਾਤਰ ਡਾਲਰਾਂ 'ਚ ਹੁੰਦਾ ਬਿਜ਼ਨਸ। ਤਾਂ ਡਾਲਰ ਖਰੀਦਣ ਵਾਸਤੇ ਤੁਹਾਨੂੰ ਰੁਪਈਆ ਫਿਰ ਵੱਧ ਖਰਚਾ ਕਰਨਾ ਪੈਂਦਾ ਹੈ। ਤੇ ਬੜਾ ਸਿੰਪਲ ਜਿਹਾ ਮੇਰੇ ਖਿਆਲ ਦੇ ਨਾਲ ਫੰਡਾ ਸਮਝ ਸਕਦਾ ਬੰਦਾ ਕਿ $1 ਵਾਸਤੇ ਜਦੋਂ ਤੁਹਾਨੂੰ ਰੁਪਈਏ ਵੱਧ ਖਰਚਣੇ ਪੈਣਗੇ ਤਾਂ ਉਹਨਾਂ ਲਾਭ ਤੁਸੀਂ ਨਹੀਂ ਖਰਚ ਸਕਦੇ ਜਿੰਨਾ ਤੁਹਾਨੂੰ ਇਸ ਦੌਰ 'ਚ ਮਿਲਣਾ ਚਾਹੀਦਾ ਸੀ। ਖੈਰ ਫਿਰ ਜੋ ਵੀ ਹੈ, ਕਰੋਨਾ ਕਰਕੇ ਥੋੜਾ ਜਿਹਾ ਜਿੱਦਾਂ ਹੈ ਪੂਰੀ ਦੁਨੀਆ ਦੇ ਵਿੱਚ ਡਿਮਾਂਡ ਵੀ ਘਟੇਗੀ, ਕੱਚੇ ਤੇਲ ਦੀਆਂ ਕੀਮਤਾਂ ਵੀ ਡਿੱਗ ਪਈਆਂ। ਤਾਂ ਇਹਦੇ ਨਾਲ ਮੇਰੇ ਖਿਆਲ ਦੇ ਨਾਲ ਜਿੱਦਾਂ ਇੰਡੀਆ ਦੇ ਵਿੱਚ ਇੱਕ ਸਲੋਡਾਊਨ ਹੈ, ਤਾਂ ਉਹ ਥੋੜਾ ਜਿਹਾ ਕਰਨਾ ਚਾਹੀਦਾ, ਇਸ ਮੌਕੇ ਨੂੰ ਬਣਾਉਣਾ ਚਾਹੀਦਾ, ਕਿਉਂਕਿ ਜੇਕਰ ਜਲਦੀ ਕੁਝ ਸਟੈਪ ਚੱਕੇ ਜਾਣ ਤਾਂ ਫਾਇਦਾ ਨਿਸ਼ਚਿਤ ਤੌਰ ਤੇ ਹੈ, ਕਿਉਂਕਿ ਮਹਿੰਗਾਈ ਤਾਂ ਘੱਟੋ ਘੱਟ ਕਾਬੂ ਹੇਠ ਸਕਦੀ ਹੈ। ਜੀ। ਅਗਲੀ ਜਿਹੜੀ ਗੱਲ ਕਰਦੇ ਜੀ, ਇਹ ਕਹਿੰਦੇ ਯੈਸ ਬੈਂਕ ਦਾ ਬਾਨੀ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ। ਹਾਂ ਦੇਖੋ, ਯੈਸ ਬੈਂਕ ਦਾ ਬਾਨੀ ਤੇ ਜਿਹੜਾ ਹੈ ਨਾ ਉਹ ਇਹੋ ਜਿਹਾ ਬਾਨੀ ਆ ਕਿ ਧੰਨ ਆ, ਬਸ ਮਤਲਬ ਕਿ ਲੋਕਾਂ ਦਾ ਧੰਨ ਲੈ ਕੇ ਤੇ ਆਪ ਧੰਨ ਕਰਾ ਗਿਆ। ਅਸਲ ਦੇ ਵਿੱਚ ਜੇ ਤੁਸੀਂ ਇਹਦਾ ਪਿਛੋਕੜ ਵੇਖੋਗੇ ਨਾ, ਇਹ ਬੰਦਾ ਪੂਰਾ ਚਾਲੂ ਸੀਗਾ, ਸ਼ੁਰੂ ਤੋਂ ਹੀ ਚਾਲੂ ਹੈ। ਜੇ ਪਿਛੋਕੜ ਪੜੋਗੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ। ਰੋਬੋ ਬੈਂਕ ਹੈਗਾ ਨਾ ਹਾਲੈਂਡ ਦਾ, ਬਹੁਤ ਤਕੜਾ ਬੈਂਕ ਹੈ। ਉਹਨਾਂ ਨੇ ਇੱਧਰ ਸੈਟਅਪ ਕਰਨਾ ਸੀਗਾ, ਉਸ ਸਮੇਂ ਇਹਦੇ ਹੱਥ ਰਲੇ ਸੀਗੇ, ਉਹਨਾਂ ਨੇ ਅੱਗੇ ਲਾਇਆ ਸੀ ਇਹਨੂੰ। ਬਾਅਦ ਦੇ ਵਿੱਚ ਇਹਦੀ ਥੋੜੀ ਜਿਹੀ ਜਿਹੜੀ ਹਿੱਸੇਦਾਰੀ ਸੀ ਉਹਨੇ ਇੱਕ ਮੌਕੇ ਤੇ ਕੱਢ ਲਈ, ਕਿਉਂਕਿ ਨਾਲ ਦੀ ਨਾਲ ਇਹਨਾਂ ਨੂੰ ਜਿਹੜਾ ਇਹਦਾ ਪਾਰਟਨਰ ਸੀ, ਸ਼ਾਇਦ ਉਹਦਾ ਨਾਂ ਅਸ਼ੋਕ ਸੀ ਜੇ ਮੈਂ ਭੁੱਲਦਾ ਨਹੀਂ, ਤਾਂ ਇਹਨਾਂ ਦੋਨਾਂ ਨੂੰ ਲਾਇਸੈਂਸ ਮਿਲ ਗਿਆ RBI ਵੱਲੋਂ। ਤਾਂ ਐਨ ਮੌਕੇ ਤੇ ਇਹਨਾਂ ਨੇ ਆਪਦੀ ਜਿਹੜੀ ਕੋਈ ਹਿੱਸੇਦਾਰੀ ਸੀ ਮਾੜੀ ਮੋਟੀ ਉਹ ਕੱਢ ਲਈ। 200 ਕਰੋੜ ਰੁਪਈਆ ਸੀ ਉਸ ਟਾਈਮ ਸ਼ਾਇਦ ਇਹਨਾਂ ਦਾ। ਤਾਂ ਉਹ ਜਿਹੜਾ 200 ਕਰੋੜ ਰੁਪਈਆ ਸੀ ਇਨਵੈਸਟ ਕੀਤਾ ਇਹਨਾਂ ਨੇ। ਬੈਂਕ ਦਾ ਨਾਂ ਰੱਖਿਆ ਕਿ ਯੈਸ ਬੈਂਕ। ਯੈਸ ਬੈਂਕ ਤੋਂ ਭਾਵ ਕਿ ਅਸੀਂ ਸਾਰਿਆਂ ਨੂੰ ਯੈਸ ਕਰਨੀ ਆ, ਜਿਹਨੂੰ ਕੋਈ ਵੀ ਲੋਨ ਨਹੀਂ ਦਿੰਦਾ ਸਾਡੇ ਕੋਲ ਆ ਜਾਓ, ਸਾਡੇ ਵੱਲੋਂ ਕੋਈ ਨੋ ਨਹੀਂ ਹੈ। ਤਾਂ ਉਸ ਯੈਸ ਨੇ ਹੀ ਅੱਜ ਇਹਨਾਂ ਨੂੰ ਰਗੜ ਕੇ, ਇਹਨਾਂ ਨੂੰ ਤਾਂ ਕੀ ਆ, ਮੈਂ ਉਹ ਕਹਿੰਦਾ ਹੁੰਦਾ ਅਕਸਰ ਕਿ ਉਹ ਕਹਾਵਤ ਹੈ ਨਾ ਪੰਜਾਬੀ 'ਚ ਕਿ ਧੋਬੀ ਦੇ ਘਰ ਢੁੱਕੇ ਚੋਰ, ਧੋਬੀ ਨਹੀਂ ਲੁੱਟਿਆ ਲੁੱਟੇ ਹੋਰ। ਤੇ ਧੋਬੀ ਦਾ ਤਾਂ ਕੁਛ ਵੀ ਨਹੀਂ ਜਾਂਦਾ, ਲੀੜੇ ਤੇ ਦੂਜਿਆਂ ਦੇ ਹੁੰਦੇ ਆ ਨਾ। ਤਾਂ ਇਹਨਾਂ ਦਾ ਤਾਂ ਕੱਖ ਵੀ ਨਹੀਂ ਗਿਆ, ਇਹ ਤੇ ਚੁੱਪ ਕਰਕੇ ਹੋ ਗਏ ਪਾਸੇ ਤੇ ਲੁੱਟੇ ਗਏ ਦੂਜੇ। ਔਰ ਕਮਾਲ ਦੀ ਗੱਲ ਹੈ ਕਿ ਇਸ ਬੰਦੇ ਨੇ ਆਪਦੇ ਸ਼ੇਅਰ ਵੀ ਕੱਢ ਲਏ। ਹਾਲਾਂਕਿ ਇਹ ਤਾਂ ਕਹਿੰਦਾ ਹੁੰਦਾ ਸੀਗਾ ਕਿ ਮੈਂ ਕਦੇ ਵੀ ਆਪਣੇ ਸ਼ੇਅਰ ਨਹੀਂ ਕੱਢੂੰਗਾ, ਪਰ ਚਲਾਕੀ ਦੇ ਨਾਲ ਇਹਨੇ ਦੱਸਦੇ ਆ ਕਿ
ਪਿਛਲੇ ਸਾਲ ਆਪਣੇ ਸਾਰੇ ਸ਼ੇਅਰ ਜਿਹੜੇ ਕੱਢ ਲਾਏ ਸੀਗੇ। ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਮਾਮਲਾ ਬੜਾ ਦਿਲਚਸਪ ਆ। ਮਾਮਲਾ ਇਉਂ ਦਿਲਚਸਪ ਆ ਕਿ ਇਹਨਾਂ ਤੇ ਦੋਸ਼ ਲੱਗ ਰਿਹਾ, ਇਹਦੇ ਘਰੇ ਵੀ ਛਾਪਾਮਾਰੀ ਕੀਤੀ ਗਈ ਆ, ਕੁਝ ਹੋਰ ਥਾਵਾਂ ਤੇ ਵੀ ਮੇਰੇ ਖਿਆਲ ਦੇ ਨਾਲ ਦੇਰ ਸ਼ਾਮ ਖਬਰ ਆਉਂਦੀ ਸੀਗੀ ਕਿ CBI ਨੇ ਮਾਮਲਾ ਦਰਜ ਕਰਕੇ 6-7 ਥਾਵਾਂ ਤੇ ਬੰਬੇ ਦੇ ਵਿੱਚ ਕੀਤੀ ਹੈ ਛਾਪੇਮਾਰੀ। ਤਾਂ ਹੁਣ ਇਹਦਾ ਜਿਹੜਾ ਰੌਲਾ ਹੈ, ਰੌਲਾ ਇਹੋ, ਇਹਦੀ ਸੱਚ ਬੇਟੀ ਨੂੰ ਵੀ ਮੇਰੇ ਖਿਆਲ ਦੇ ਨਾਲ UK ਜਾਣ ਤੋਂ ਰੋਕ ਲਿਆ ਗਿਆ। ਤਾਂ ਇਹਦਾ ਕੀ ਰੌਲਾ ਹੈ ਕਿ ਸ਼ੈਲ ਕੰਪਨੀਆਂ ਕੁਛ ਇਹਨਾਂ ਨੇ ਬਣਾਈਆਂ ਸਨ, 2000 ਕਰੋੜ ਰੁਪਈਆ ਗਾਂ ਇਨਵੈਸਟ ਕੀਤਾ ਹੋਇਆ, ਬੈਂਕ ਡੁੱਬ ਰਿਹਾ, 2000 ਕਰੋੜ ਰੁਪਈਆ ਇਨਵੈਸਟ ਗਾਂ ਕੀਤਾ ਗਿਆ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਖਰਾਬ ਹਾਲਤ ਵਾਲੀ ਕੰਪਨੀ ਦੀਵਾਨ ਹਾਊਸਿੰਗ ਜਿਹਨੂੰ ਆਪਾਂ ਆਨੇ ਆ, ਤਾਂ ਉਸ ਕੰਪਨੀ ਨੂੰ ਇਹਨਾਂ ਨੇ ਮੋਟਾ ਲੋਨ ਦਿੱਤਾ ਤੇ ਉਹਦੇ ਕੋਲੋਂ ਫਿਰ ਇਹਨਾਂ ਨੇ 600 ਕਰੋੜ ਰੁਪਈਆ ਵਸੂਲ ਕੀਤਾ ਹੋਇਆ। ਹੁਣ ਦਿਲਚਸਪ ਗੱਲ ਆ ਕਿ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਆ ਕੀ ਤੁਸੀਂ ਟਿਕਟਬਾਜ਼ੀ ਜੀ ਚਲਾਈ, ਕਹਿੰਦੇ ਕਿ ਨਹੀਂ, ਇਹ ਅਸੀਂ ਉਹਨਾਂ ਤੋਂ ਲੋਨ ਲਿਆ। ਫਿਰ ਸਮਝ ਗਏ ਕਿ ਇੱਕ ਖਸਤਾ ਹਾਲ ਕੰਪਨੀ ਨੂੰ ਇੱਕ ਤੇ ਲੋਨ ਦਿੱਤਾ। ਹੁਣ ਜਿਹੜੀ ਕੰਪਨੀ ਖੁਦ ਬੈਂਕ ਤੋਂ ਲੋਨ ਲੈ ਰਹੀ ਆ, ਇਹ ਜਨਾਬ ਕਹਿੰਦੇ ਕਿ ਅਸੀਂ ਇਹਨਾਂ ਤੋਂ ਲੋਨ ਲਿਆ। ਸੋ ਆਪ ਹੀ ਤੁਸੀਂ ਸਮਝ ਜਾਓਗੇ ਕਿ ਗੜਬੜ ਕਿੱਡੇ ਵੱਡੇ ਪੱਧਰ ਦੀ ਆ ਕਿ ਇੱਕ ਤੇ ਇਹੋ ਜਿਹੀਆਂ ਕੰਪਨੀਆਂ ਜਿਨ੍ਹਾਂ ਦਾ ਵਜੂਦ ਜਿਹੜਾ ਦਾਅ ਤੇ ਲੱਗਾ ਹੋਇਆ ਸੀ, ਉਹਨਾਂ ਨੂੰ ਨਾ ਸਿਰਫ ਲੋਨ ਦਿੱਤੇ ਗਏ ਪਰ ਲੋਨ ਦੀ ਇਵਜ਼ ਦੇ ਵਿੱਚ ਆਪ ਦਾ ਵੀ ਘਰ ਪੂਰਿਆ ਗਿਆ। ਤਾਂ ਇਹੀ ਇਸ ਬੈਂਕ ਦੀ ਕਹਾਣੀ ਦੀ ਬਰਬਾਦੀ ਦੀ ਦਾਸਤਾਨ ਹੈ। ਔਰ ਇਸੇ ਹੀ ਕਹਾਣੀ ਦੇ ਵਿੱਚ ਜਿਹੜੇ ਦੂਸਰੇ ਬੈਂਕ ਨੇ ਉਹਨਾਂ ਦੀ ਤਬਾਹੀ ਦੇ ਸੰਕੇਤ ਲੁਕੇ ਹੋਏ ਆ ਕਿ ਕਿਸ ਤਰ੍ਹਾਂ ਆਪਾਂ ਚੰਦਾ ਕੋਸ਼ਰ ਵਾਲਾ ਵੀ ਮਾਮਲਾ ਦੇਖਿਆ, ਉਹਦੇ ਵਿੱਚ ਬੀਬੀ ਨੇ ਕਿਸ ਤਰ੍ਹਾਂ ਦੀ ਖੇਡ ਖੇਡੀ ਸੀ। ਮਤਲਬ ਕਿ ਬੈਂਕਰ, ਸਿਆਸਤਦਾਨ ਤੇ ਕਾਰਪੋਰੇਟ, ਇਹ ਇੱਕ ਐਸਾ ਟ੍ਰਾਇੰਗੂਲਰ ਬਣਦਾ ਪਿਆ ਜਿਹਨੇ ਇਸ ਵੇਲੇ ਬੈਂਕਿੰਗ ਸੈਕਟਰ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਹੈ। ਤਾਂ ਇਹ ਖੇਡ ਹੈ ਸਾਰੀ। ਹੁਣ ਦੇਖਦੇ ਆ ਕਿ ਕੀ ਬਣਦਾ ਕੀ ਬਣਾਉਂਦਾ। ਪਰ ਰਾਣਾ ਕਪੂਰ ਨੇ ਵਾਕਿਆ ਜਿੱਦਾਂ ਫਿਲਮੀ ਕਪੂਰ ਨੇ ਨਾ ਫਿਲਮਾਂ ਦੇ ਵਿੱਚ ਕਰਦੇ, ਕਈ ਫਿਲਮਾਂ ਦੇ ਵਿੱਚ, ਤਾਂ ਇਹਨੇ ਉਹਨਾਂ ਤੋਂ ਵੀ ਉੱਚੀ ਛਾਲ ਮਾਰੀ ਆ ਫਿਲਮੀ ਐਕਟਿੰਗ ਦੇ ਮਾਮਲੇ 'ਚ, ਕਿਉਂਕਿ ਲੋਕਾਂ ਨੂੰ ਕਹਿੰਦਾ ਰਿਹਾ ਕਿ ਇਹ ਬੈਂਕ ਨਹੀਂ, ਇਹ ਤੇ ਹੀਰਾ ਹੈ, ਮੈਂ ਇਹਨੂੰ ਕਦੇ ਨਹੀਂ ਛੱਡੂਗਾ। ਆਪ ਚੁੱਪ ਕਰਕੇ ਪਾਸੇ ਬਹਿ ਗਿਆ। ਕੁਛ ਬੰਦਿਆਂ ਨੇ ਵੀ ਪੈਸਾ ਕਢਾ ਲਿਆ, ਜਿੱਦਾਂ ਗੁਜਰਾਤ ਦਾ ਕੋਈ ਵਪਾਰੀ ਸੀਗਾ, ਉਹਨੇ ਵੀ ਇੱਕ ਦਿਨ ਪਹਿਲਾਂ 200-250 ਕਰੋੜ ਰੁਪਈਆ ਜਿਹੜਾ ਕਢਾ ਲਿਆ। ਸੋ ਕੁਛ ਬੰਦੇ ਆ ਜਿਹੜੇ ਉਹ ਚਲੇ ਗਏ ਆਪਦਾ ਸਮੇਟ ਕੇ ਸਾਰਾ ਕੁਛ, ਤੇ ਕੁਛ ਨੂੰ ਇਹਨੇ ਰਗੜ ਕੇ ਰੱਖ ਦਿੱਤਾ। ਬਾਕੀ ਹੁਣ ਅੱਗੇ ਵੇਖੋ ਕਿ ਕਿਹਦੀ ਵਾਰੀ ਆਉਂਦੀ ਆ, ਕਿਉਂਕਿ ਆਪਾਂ 2-3 ਮਹੀਨੇ ਹੀ ਕੱਟਦੇ ਹਾਂ, ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਜਿਹੜਾ ਉਹ ਆ ਜਾਂਦਾ। ਬਾਕੀ ਲੋਕ ਬੜੇ ਤਰਸਤ ਨੇ, ਉਹ ਕਹਿੰਦੇ ਕਿ ਦੇਖੋ ਜੀ ਬੈਂਕਾਂ ਦਾ ਲੋਨ ਜੇ ਗਰੀਬ ਨਹੀਂ ਮੋੜਦੇ ਤਾਂ ਗਰੀਬਾਂ ਦੇ ਘਰ ਵਿਕਦੇ ਆ, ਤੇ ਜੇ ਅਮੀਰ ਲੋਨ ਲੈ ਕੇ ਨਹੀਂ ਮੋੜਦੇ ਤੇ ਬੈਂਕ ਹੀ ਵਿਕ ਰਹੇ ਆ। ਸੋ ਇੱਥੋਂ ਤੱਕ ਕਹਿਣ ਦੇ ਸੋਸ਼ਲ ਮੀਡੀਆ ਵਾਲੇ, ਉਹ ਕਹਿੰਦੇ 2024 ਤੱਕ ਮੋਦੀ ਸਾਹਿਬ ਲੱਗਦਾ ਇੱਕੋ ਹੀ ਬੈਂਕ ਬਚੂਗਾ ਤੇ ਉਹ ਹੈਗਾ ਬਲੱਡ ਬੈਂਕ। ਵੀ ਬਲੱਡ ਘਟ ਜਾਣਾ, ਲੋਕ ਬਲੱਡ ਚੜਾਈ ਜਾਣ, ਹੋਰ ਕੀ ਆ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ UN ਦੇ ਵਿੱਚ ਗੂੰਜਿਆ ਨਕੋਦਰ ਕਾਂਡ। ਨਕੋਦਰ ਕਾਂਡ ਜਿਹੜਾ ਉਹ UN ਤੱਕ ਚਲੇ ਗਿਆ। ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਡੁੱਬ ਮਰਨਾ ਚਾਹੀਦਾ ਜਿਹੜੇ ਲੋਕ ਹੁਣ ਇਸ ਵੇਲੇ ਬੇਅਦਬੀ ਜਾਂ ਬਹਿਬਲ ਕਲਾਂ ਤੇ ਰਾਜਨੀਤੀ ਕਰ ਰਹੇ ਤੇ ਸੱਤਾ ਦੇ ਵਿੱਚ ਨੇ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਤੀਜੀ ਦਫਾ ਮੇਰੇ ਖਿਆਲ ਦੇ ਨਾਲ ਸਰਕਾਰ ਭੋਗ ਰਿਹਾ। ਜਦੋਂ ਇਹ ਕਾਂਡ ਹੋਇਆ ਉਸ ਤੋਂ ਬਾਅਦ, ਮਤਲਬ 85-86 ਦੀ ਗੱਲ ਆ, ਉਸ ਤੋਂ ਬਾਅਦ ਬੇਅੰਤ ਸਰਕਾਰ ਆਈ, ਉਸ ਤੋਂ ਬਾਅਦ ਫਿਰ ਕੈਪਟਨ, ਫਿਰ ਉਸ ਤੋਂ ਬਾਅਦ ਹੁਣ ਕੈਪਟਨ, ਤੀਜੀ ਦਫਾ ਇਹ ਆ ਗਏ ਆ। ਤਾਂ ਉਸ ਵੇਲੇ ਅਕਾਲੀਆਂ ਦੀ ਸਰਕਾਰ ਸੀ। ਉਹ ਸਭ ਨੇ ਤੁਸੀਂ ਵੇਖਿਆ ਹੋਣਾ ਜਾਂ ਸੁਣਿਆ ਪੜ੍ਹਿਆ ਹੋਣਾ ਕਿਤੇ ਨਾ ਕਿਤੇ ਕਿ ਜਿਹੜਾ ਨਕੋਦਰ ਕਾਂਡ ਸੀ 1985-86 ਦੇ ਵਿੱਚ ਵਾਪਰਿਆ ਸੀ, ਜਦੋਂ ਬਰਨਾਲਾ ਗਵਰਨਮੈਂਟ ਚੱਲਦੀ ਸੀਗੀ ਜੀ। ਤਾਂ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਇੱਕ ਹਿੰਦੂਵਾਦੀ ਸੰਗਠਨ ਦੇ ਨਾਂ ਇਹ ਗੱਲ ਲੱਗਦੀ ਆ, ਉਹਨਾਂ ਦੇ ਇੱਕ ਨੇਤਾ ਦੇ ਨਾਂ ਇਹ ਗੱਲ ਲੱਗਦੀ ਆ ਕਿ ਉਹਨਾਂ ਨੇ ਕਥਿਤ ਤੌਰ ਤੇ ਇਹ ਬੇਅਦਬੀ ਕਰਵਾਈ ਸੀ। ਉਸ ਤੋਂ ਬਾਅਦ ਸਿੱਖ ਜਿਹੜੇ ਆ ਪ੍ਰੋਟੈਸਟ ਵਾਸਤੇ ਜੁੜੇ। ਜਦ ਉਹ ਉੱਥੇ ਪ੍ਰੋਟੈਸਟ ਕਰ ਰਹੇ ਸਨ ਤਾਂ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ। 4 ਮੁੰਡੇ ਜਿਹੜੇ ਉਹ ਮਰ ਗਏ ਸਨ। ਉਹਨਾਂ ਦਾ ਮਾਮਲਾ ਕੀ ਆ ਕਿ ਇੱਕ ਕਮਿਸ਼ਨ ਬੈਠਦਾ, ਫਿਰ ਉਸ ਤੋਂ ਬਾਅਦ 2 ਭਾਗਾਂ ਦੇ ਵਿੱਚ ਉਹ ਰਿਪੋਰਟ ਦਿੰਦਾ। ਅੱਜ ਤੱਕ ਉਸ ਰਿਪੋਰਟ ਤੇ ਕੁਝ ਨਹੀਂ ਹੋਇਆ। ਤਾਂ ਬਹਰਹਾਲ ਜਿਹੜੇ ਇਹਨਾਂ ਦੇ ਹੈਗੇ ਆ ਪਾਕਿਸਤਾਨ ਦੇ, ਮੇਰੇ ਖਿਆਲ ਦੇ ਨਾਲ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ, ਤਾਂ ਉਹਨਾਂ ਨੇ ਜਾ ਕੇ ਜਨੇਵਾ ਦੇ ਵਿੱਚ ਮਨੁੱਖੀ ਅਧਿਕਾਰ ਕਾਉਂਸਲ ਦੇ ਇੱਕ ਵਿਸ਼ੇਸ਼ ਸੈਸ਼ਨ ਦੇ ਵਿੱਚ
ਇੱਕ ਮੁੱਦਾ ਚੁੱਕਿਆ ਦਿੱਲੀ ਹਿੰਸਾ ਵਾਲਾ, ਪਰ ਜਦੋਂ ਗੱਲ ਕਰ ਰਹੇ ਸਨ ਤਾਂ ਉਹਨਾਂ ਨੇ ਇਸ ਚੀਜ਼ ਨੂੰ ਵੀ ਨਾਲ ਕੋਟ ਕੀਤਾ, ਤਾਂ ਇਹਦਾ ਵੀ ਜ਼ਿਕਰ ਹੋਇਆ ਕਿ ਉੱਥੇ ਵੀ ਇਸ ਤਰ੍ਹਾਂ ਪਹਿਲਾਂ ਬੇਅਦਬੀ ਕੀਤੀ ਗਈ, ਫਿਰ ਉਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ, ਮਤਲਬ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਇਹ ਬਹੁਤ ਵੱਡੀ ਗੱਲ ਹੈ, ਨਮੋਸ਼ੀਜਨਕ ਹੈ ਕੈਪਟਨ ਸਰਕਾਰ ਵਾਸਤੇ ਕਿ UN ਤੱਕ ਮਾਮਲਾ ਚਲੇ ਗਿਆ। ਕਿਉਂ ਕਹਿ ਰਿਹਾ ਮੈਂ ਵਾਰ-ਵਾਰ, ਮੈਂ ਅਕਾਲੀਆਂ ਨੂੰ ਕੋਈ ਬਰੀ ਨਹੀਂ ਕਰ ਰਿਹਾ, ਕਿਉਂਕਿ ਉਸ ਟਾਈਮ ਅਕਾਲੀਆਂ ਦੀ ਸਰਕਾਰ ਸੀ, ਇਜ਼ਹਾਰ ਆਲਮ SSP ਸੀ ਉਸ ਸਮੇਂ, ਤੇ ਦਰਬਾਰਾ ਸਿੰਘ ਗੁਰੂ ਹੈ ਜਿਹੜਾ ਵਧੀਕ ਡਿਪਟੀ ਕਮਿਸ਼ਨਰ ਸਨ। ਤਾਂ ਇਹਨਾਂ ਨੂੰ ਦੋਨਾਂ ਨੂੰ ਬਾਅਦ ਦੇ ਵਿੱਚ ਸਰੋਪੇ ਪਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਲ ਕਰ ਲਿਆ ਗਿਆ। ਇੱਕ ਪਾਸੇ ਉਹਨਾਂ ਦਿਨਾਂ ਦੇ ਵਿੱਚ ਜਦ ਇੱਥੇ ਇਨਸਰਜੈਂਸੀ ਦਾ ਦੌਰ ਸੀਗਾ, ਉਹਨਾਂ ਸਮਿਆਂ ਦੇ ਵਿੱਚ ਬਾਦਲ ਸਾਹਿਬ ਕਹਿੰਦੇ ਸਨ ਕਿ ਇਕੱਲੇ ਨਿਰਦੋਸ਼ ਸਿੱਖ ਦੇ ਖੂਨ ਦਾ ਹਿਸਾਬ ਲਿਆ ਜਾਊਗਾ, ਫਲਾਂ ਕੀਤਾ ਜਾਊਗਾ, ਧਮਕਾ ਕੀਤਾ ਜਾਊਗਾ। ਬਾਅਦ ਦੇ ਵਿੱਚ ਉਹ ਜੇ ਲੋਕ ਜਿਨ੍ਹਾਂ ਲੋਕਾਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗਦੇ, ਦਾਗ ਵੀ ਲੱਗਦੇ ਆ, ਤਾਂ ਉਹ ਲੋਕ ਜਿਹੜੇ ਆ ਉਹ ਪਾਰਟੀਆਂ 'ਚ ਵੀ ਸ਼ਾਮਲ ਕੀਤੇ ਗਏ। ਤਾਂ ਖੈਰ ਇਹ ਰਾਜਨੀਤੀ ਆਪਣੇ ਵੱਖਰੇ ਢੰਗ ਦੇ ਨਾਲ ਚੱਲਦੀ ਹੈ, ਵੱਖਰੇ ਕਰਮ ਦੇ ਨਾਲ ਚੱਲਦੀ ਆ। ਤਾਂ ਖੈਰ ਹੁਣ ਜਿਹੜੀ ਗੱਲ ਆ ਉਹ ਇਹੋ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਥੋੜਾ ਸਮਾਂ ਪਹਿਲਾਂ ਇੱਕ ਗੱਲ ਕਹੀ ਸੀਗੀ, ਜਦੋਂ ਇਹ ਮੁੱਦਾ ਪਿਛਲੇ ਸਾਲ ਗਰਮੀਆਂ ਜਿਹਾ 'ਚ ਉੱਠਿਆ, ਤਾਂ ਇਹਨਾਂ ਨੇ ਆਖਿਆ ਸੀਗਾ ਕਿ ਆਹ ਇਲੈਕਸ਼ਨ ਲੰਘ ਜਾਣ ਦਿਓ, ਅਸੀਂ ਇਸ ਤੇ ਕਾਰਵਾਈ ਜ਼ਰੂਰ ਕਰਾਂਗੇ। ਤਾਂ ਹੁਣ ਤੁਸੀਂ ਵੇਖ ਲਓ ਕਿ ਲੋਕ ਸਭਾ ਦਾ ਇਲੈਕਸ਼ਨ ਲੰਘ ਗਿਆ, ਅੱਛੀਆਂ ਖਾਸੀਆਂ ਸੀਟਾਂ ਵੀ ਪੰਜਾਬ ਦੇ ਵਿੱਚੋਂ ਇਹਨਾਂ ਨੇ ਜਿੱਤ ਲਈਆਂ, ਪਰ ਬਾਅਦ ਦੇ ਵਿੱਚ ਇੱਥੇ ਕੁਛ ਨਹੀਂ ਕੀਤਾ ਗਿਆ। ਤਾਂ ਜਦ ਤੁਸੀਂ ਇਸ ਤਰ੍ਹਾਂ ਦਾ ਰੁਖ ਰੱਖਦੇ ਹੋ, ਇਸ ਤਰ੍ਹਾਂ ਦਾ ਛਲਾਵਾ ਕਰਦੇ ਹੋ, ਤਾਂ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਇਹ ਘਟਨਾਵਾਂ ਵਾਪਰਨਗੀਆਂ ਕਿ ਤੁਹਾਡੇ ਰਾਜ ਦੇ ਵਿੱਚ ਜਾਂ ਤੁਹਾਡੀ ਸਟੇਟ ਦੇ ਵਿੱਚ ਇੱਕ ਐਸਾ ਧੱਕਾ ਹੁੰਦਾ ਜਿਹਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ, ਤਾਂ ਉਹਦੀ ਗੂੰਜ ਜਿਹੜੀ ਆ ਉਹ UN ਤੱਕ ਚਲੇ ਜਾਂਦੀ ਆ। ਤਾਂ ਇਸ ਤਰ੍ਹਾਂ ਹੋਣਾ ਵੀ ਚਾਹੀਦਾ ਔਰ ਇਸ ਤਰ੍ਹਾਂ ਹੋਊਗਾ ਵੀ, ਕਿਉਂਕਿ ਉਹ ਜਿਹੜੇ ਲੋਕ ਆ ਉਹ ਤੇ ਇਹਨਾਂ ਤੋਂ ਟੁੱਟੇ ਪਏ ਆ ਕਿ ਇਹ ਨਿਆਂ ਨਹੀਂ ਕਰਦੇ, ਅਸਲ ਦੇ ਵਿੱਚ ਪੂਰਾ ਨਿਆਂ ਨਹੀਂ ਦਿੰਦੇ, ਜੇ ਦਿੰਦੇ ਵੀ ਆ ਤਾਂ ਥੋੜਾ ਦਿੰਦੇ ਆ। ਤੇ ਕੈਪਟਨ ਸਰਕਾਰ ਦੀ ਤੇ ਇਹ ਖੂਬੀ ਰਹੀ ਆ, ਕਈ ਵਾਰ ਨਿਆਂ ਦਿੱਤਾ ਵੀ ਝਪੱਟ ਮਾਰ ਕੇ ਖੋਹ ਲੈਂਦੇ ਆ। ਤੇ ਜੇ ਇਹੀ ਹਾਲ ਰਿਹਾ, ਉਹ ਕਿਸੇ ਨੇ ਆਖਿਆ ਨਾ ਇਨਸਾਫ ਜ਼ਾਲਮੋਂ ਕੀ ਹਮਾਇਤ में जाएगा, ये हाल है तो कौन अदालत में जाएगा। ਤਾਂ ਜੇ ਇਹੀ ਹਾਲ ਰਿਹਾ ਕਿ ਤੁਸੀਂ ਕੁਛ ਨਹੀਂ ਬੋਲਣਾ, 7 ਸਮੁੰਦਰ ਪਾਰ ਜਾ ਕੇ ਕਿਸੇ ਹੋਰ MP ਨੇ, ਕਿਸੇ ਹੋਰ ਦੇਸ਼ ਦੇ MP ਨੇ ਮੁੱਦਾ ਚੁੱਕਣਾ, ਕੋਈ UK ਦਾ, ਕੋਈ ਫਲਾਂ ਦਾ, ਟਮਕਾਂ ਦਾ, ਤੇ ਫਿਰ ਤੁਹਾਡਾ ਜਿਹੜਾ ਇੱਥੇ ਹੋਇਆ ਦਾ ਨਾ ਹੋਇਆ ਦਾ ਲੋਕਾਂ ਨੂੰ ਕੋਈ ਭਾਅ ਨਹੀਂ, ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੇਰੁਜ਼ਗਾਰ ਅਧਿਆਪਕਾਂ ਨੇ ਸੰਗਰੂਰ ਪਟਿਆਲਾ ਰੋਡ ਕੀਤੀ ਜਾਮ। ਵੇਖੋ ਇਹਨਾਂ ਤੇ ਜੋ ਤਸ਼ੱਦਦ ਹੋਇਆ ਉਹਦੀ ਤੇ ਸਾਰੀ ਤੁਸੀਂ ਵੇਖ ਲਈ ਹੋਣੀ ਹੈ ਰਿਪੋਰਟ, ਜਾਂ ਤੁਸੀਂ ਉਹ ਤਸਵੀਰਾਂ ਵੀ ਵੇਖੀਆਂ ਹੋਣੀਆਂ, ਜਾਂ ਵੀਡੀਓ ਵੇਖ ਲਈ ਹੋਣੀ ਆ, ਕਿਸੇ ਵੀ ਢੰਗ ਦੇ ਨਾਲ ਉਸ ਅਤਿਆਚਾਰ ਨੂੰ ਤੁਹਾਂ ਵੇਖਿਆ ਜ਼ਰੂਰ ਹੋਣਾ। ਤਾਂ ਉਹ ਜਿਹੜਾ ਅਤਿਆਚਾਰ ਹੋਇਆ ਮੇਰੇ ਖਿਆਲ ਦੇ ਨਾਲ ਇਹ ਇੱਕ ਕਹਿਰ ਹੈ ਇਸ ਸਮੇਂ। ਕਿਉਂਕਿ ਦੇਖੋ ਬੇਰੁਜ਼ਗਾਰ ਦੀ ਯਾਰ ਜ਼ਿੰਦਗੀ ਕੀ ਆ, ਜੇ ਉਹ ਬਾਹਰ ਜਾਂਦਾ ਤੇ ਲੋਕ ਉਹਨੂੰ ਬੇਰੁਜ਼ਗਾਰ ਕਹਿੰਦੇ, ਜੇ ਸਰਕਾਰ ਕੋਲ ਜਾਂਦਾ ਸਰਕਾਰ ਡਾਂਗਾ ਮਾਰਦੀ, ਜੇ ਘਰ ਆਉਂਦਾ ਤੇ ਘਰ ਦੇ ਨਿਕੰਮਾ ਕਹਿੰਦੇ ਆ ਕਿ ਪੜ੍ਹ ਲਿਖ ਕੇ ਨਿਕੰਮਿਆ ਕਿ ਪਾਸੇ ਵੀ ਲੱਗ ਜਾ। ਤਾਂ ਕੀ ਜ਼ਿੰਦਗੀ ਆ ਉਹਦੀ, ਕੀ ਇਸ ਸਿਸਟਮ ਦੇ ਵਿੱਚ ਉਹਦੀ ਜ਼ਿੰਦਗੀ ਆ। ਤਾਂ ਇਹ ਉਹ ਲੋਕ ਆ ਜਿਨ੍ਹਾਂ ਨੇ ਪਹਿਲਾਂ ਡਿਗਰੀ ਕੀਤੀ, ਫਿਰ ਉਸ ਤੋਂ ਬਾਅਦ ਵੈਸੇ ਤੇ ਜਦੋਂ ਡਿਗਰੀ ਕਰ ਲਈ ਕਿਸੇ ਨੇ ਰੱਖੀ ਯੋਗਤਾ ਪਾਸ ਕਰ ਲਈ, ਤਾਂ ਉਸ ਤੋਂ ਬਾਅਦ ਕਾਹਦੇ ਟੈਸਟ ਆ, ਫਿਰ ਕਹਿੰਦੇ ਟੈਟ, ਉਸ ਤੋਂ ਬਾਅਦ ਇੱਕ ਹੁਣ ਫਿਰ 100 ਨੰਬਰ ਦਾ ਟੈਸਟ ਰੱਖੀ ਬੈਠਿਆ। ਵੈਸੇ ਇਸ ਚੀਜ਼ ਨੂੰ ਵੀ ਵਿਚਾਰਨ ਵਾਲਾ ਸਾਡਾ ਮੀਡੀਆ ਬਹੁਤ ਘੱਟ ਵਿਚਾਰਦਾ। ਉਹ ਅੱਜ ਕੱਲ ਜਿਵੇਂ ਹਿੰਦੂ ਮੁਸਲਮਾਨ ਵਾਲਾ ਉੱਧਰ ਚੱਲਦਾ ਨਾ, ਕੌਮੀ ਮੀਡੀਆ ਵਾਲੇ ਪਾਸੇ ਇਹ ਢੱਡਰੀਆਂ ਵਾਲਾ ਬਨਾਮ ਟਕਸਾਲੀ ਉਹ ਚਲਾਈ ਬੈਠੇ ਆ, ਜਾਂ ਕਰੋਨਾ ਵਾਲਾ ਸਿਸਟਮ ਹੈ। ਤਾਂ ਇਹੋ ਜਿਹੀਆਂ ਚੀਜ਼ਾਂ ਤੇ ਵੀ ਹੋਣਾ ਚਾਹੀਦਾ ਕਿ ਦੇਖੋ ਹੁਣ ਮੰਨ ਲਓ ਕਿਸੇ ਨੇ ਟੈਟ ਦੇ ਵਿੱਚ ਅੱਛੇ ਖਾਸੇ ਨੰਬਰ ਲਏ ਆ, ਤੇ ਜਿਹੜਾ ਆ ਹੁਣ ਲਿਖਤੀ ਰੁਖਤੀ ਟੈਸਟ ਜਿਹਾ ਕਰਵਾਈ ਜਾਂਦੇ, ਇੱਕ ਹੋਰ ਮੈਨੂੰ ਤਾਂ ਚੰਗੀ ਤਰ੍ਹਾਂ ਪਤਾ ਨਹੀਂ, ਪਰ ਮੇਰਾ ਇੱਕ ਸਵਾਲ ਆ, ਬੇਸਿਕ ਸਵਾਲ ਆ ਕਿ ਇਹਦੇ ਵਿੱਚ ਜੇ ਕੋਈ ਪੈਸਾ ਚੱਲ ਗਿਆ ਤੇ ਇੱਥੇ ਉਹ ਬੰਦਾ ਜਿਹੜਾ ਪਿਛਲੇ ਟੈਟ ਦੇ ਟੈਸਟ ਦੇ ਵਿੱਚ ਮੰਨ ਲਓ 50 ਲੈ ਕੇ ਬੈਠਾ, ਤੇ ਇੱਥੇ ਉਹ 80 ਬਣਾ ਕੇ ਲੈ ਜਾਂਦਾ, ਤੇ ਜਿਹੜਾ 80 ਵਾਲਾ ਉਹਦੇ 50 ਕਰ ਦਿੱਤੇ ਜਾਂਦੇ, ਤਾਂ ਉਹਦੀ ਮਿਹਨਤ ਦਾ ਕੀ ਮੁੱਲ ਪਾਊਗਾ। ਸੋ ਇਸ ਤਰ੍ਹਾਂ ਦੇ ਟੈਸਟ ਤੇ ਟੈਸਟ ਰੱਖੇ ਜਾ ਰਹੇ ਆ। ਤਾਂ ਖੈਰ ਚਲੋ ਇਹ ਤਾਂ ਇੱਕ ਸਵਾਲ ਵਿੱਚ ਮੇਰੇ ਜ਼ਿਹਨ 'ਚ ਆਇਆ। ਖੈਰ ਗੱਲ ਇਹ ਆ ਕਿ ਦੇਖੋ ਜਦ ਉਹਨਾਂ ਨੇ ਡਿਗਰੀਆਂ ਕਰ ਲਈਆਂ, ਜਦ ਉਹਨਾਂ ਨੇ ਤੁਹਾਡੇ ਟੈਟ ਵਰਗੇ ਟੈਸਟ ਜਿਹੜੇ ਬਹੁਤ ਔਖੇ ਨੇ ਉਹ ਕਲੀਅਰ ਕਰ ਲਏ, ਜਦ ਤੁਹਾਡੇ ਕੋਲ 12,000 ਅਸਾਮੀ ਖਾਲੀ ਹੈ ਟੀਚਰਾਂ ਦੀ, ਤਾਂ ਫਿਰ ਇਹ ਜਿਹੜਾ 14,000 ਟੀਚਰ ਆ ਉਹ ਧੱਕੇ ਕਿਉਂ ਖਾਵੇ। ਸਭ ਤੋਂ ਵੱਡਾ ਇਹੀ ਸਵਾਲ ਹੈ, ਕਿਉਂਕਿ ਤੁਸੀਂ ਉਹ ਲੋਕ ਆ
ਜਿਨ੍ਹਾਂ ਨੇ ਆਪ ਆਖਿਆ ਸੀ ਘਰ ਘਰ ਦੇ ਵਿੱਚ ਨੌਕਰੀ। ਕਿਸੇ ਨੇ ਤੁਹਾਡੇ ਮੱਥੇ ਤੇ ਪਿਸਤੌਲ ਰਖਾ ਕੇ ਜਾਂ ਰੱਖ ਕੇ ਇਹ ਨਹੀਂ ਸੀ ਖਵਾਇਆ ਕਿ ਹਾਂ ਭਾਈ ਤੁਸੀਂ ਕਹੋ, ਤੁਸੀਂ ਵਾਅਦਾ ਕਰੋ ਲੋਕਾਂ ਦੇ ਨਾਲ। ਤਾਂ ਜਦ ਤੁਸੀਂ ਲੋਕਾਂ ਦੇ ਨਾਲ ਵਾਅਦਾ ਕੀਤਾ ਵਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਘਰ ਘਰ ਛੱਡੋ, ਇੱਥੇ ਤਾਂ ਕੰਮ ਹੀ ਬਹੁਤ ਸੌਖਾ। 12,000 ਤੁਹਾਡੇ ਕੋਲ ਅਸਾਮੀ ਜਿਹੜੀ ਖਾਲੀ ਆ ਤੇ 14,000 ਬੰਦਾ ਤੁਹਾਡੇ ਕੋਲ ਸੜਕ ਤੇ ਆ, ਤੁਸੀਂ ਕਿਉਂ ਨਹੀਂ ਜੇ ਭਰਤੀ ਕਰਦੇ? ਭਰਤੀ ਖੋਲੀ ਆ 1600 ਦੀ, ਤੇ ਜੇ ਉਹ ਗਏ ਆ ਪ੍ਰੋਟੈਸਟ ਕਰਨ ਕਿ ਸਾਡੀ ਫਰਿਆਦ ਸੁਣੋ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਥਾਂ ਤੇ ਅੱਗੋਂ ਜਿਹੋ ਜਿਹਾ ਵਤੀਰਾ ਇਹਨਾਂ ਨੇ ਅਖਤਿਆਰ ਕੀਤਾ ਉਹ ਤੁਹਾਂ ਵੇਖ ਹੀ ਲਿਆ। ਕਿਸੇ ਨੂੰ ਘੜੀਸਿਆ ਗਿਆ, ਕਿਸੇ ਦੀ ਲੱਤ ਤੋੜ ਦਿੱਤੀ ਗਈ, ਕਿਸੇ ਦੀ ਚੁੰਨੀ ਪਾੜ ਦਿੱਤੀ ਗਈ, ਕਿਸੇ ਦੀ ਪੱਗ ਲਾਹ ਦਿੱਤੀ ਗਈ। ਕੀ ਗੱਲ ਆ? ਇਹ ਕਿਸੇ ਦੇ ਢਿੱਡੋਂ ਜੰਮੇ ਨਹੀਂ ਹੈ? ਕੀ ਗੱਲ ਇਹ ਪੰਜਾਬ ਦੇ ਜੰਮੇ ਜਾਏ ਨਹੀਂ ਹੈ? ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਆ। ਇਹ ਕੋਈ ਹਾਸੋਹੀਣੀ ਨਹੀਂ ਗੱਲ ਨਹੀਂ ਹੈ ਕਿ ਹੱਸ ਕੇ ਮੁਸਕਰਾ ਕੇ ਪਾਸੇ ਹੋ ਗਏ। ਸਾਨੂੰ ਸਮਝਣਾ ਪਵੇਗਾ ਕਿ ਕੁਝ ਲੋਕ ਸਾਨੂੰ ਇੰਨਾ ਜ਼ਿਆਦਾ ਬੇਵਕੂਫ ਸਮਝਦੇ ਆ ਕਿ ਹਾਂ ਭਾਈ ਤੁਹਾਨੂੰ ਬੱਚਿਆਂ ਨੂੰ ਨੌਕਰੀ ਦੇਵਾਂਗੇ, ਬਾਅਦ ਦੇ ਵਿੱਚ ਉਹੀ ਸਾਡੇ ਬੱਚਿਆਂ ਦੀਆਂ ਆ ਕੇ ਹੱਡੀਆਂ ਦਾ ਸੁਰਮਾ ਬਣਾ ਦਿੰਦੇ ਆ। ਅਸੀਂ ਉਹਨਾਂ ਨੂੰ ਹਾਕਮ ਮੰਨੀਏ ਜਾਂ ਅਸੀਂ ਉਹਨਾਂ ਨੂੰ ਆਪਣੇ ਦੁਸ਼ਮਣ ਕਹੀਏ ਕਿ ਤਾਂ ਸਾਡੇ ਦੁਸ਼ਮਣ ਆ ਕਿ ਸਾਨੂੰ ਛਲ ਕੇ ਲੈ ਜਾਂਦੇ ਆ ਵੋਟਾਂ ਤੇ ਮੁੜ ਕੇ ਸਾਡੇ ਬੱਚਿਆਂ ਦੇ ਇਹ ਹੱਡ ਸੇਕਦੇ ਆ। ਤਾਂ ਬਹਰਹਾਲ ਕੱਲ ਜੋ ਹੋਇਆ ਉਸ ਤੋਂ ਜਿਹੜੇ ਇਹ ਨਾਰਾਜ਼ ਅਧਿਆਪਕ ਆ ਉਹਨਾਂ ਨੇ ਛਾਲਾਂ ਵੀ ਮਾਰੀਆਂ ਭਾਖੜਾ 'ਚ, ਤੇ ਚਲੋ ਖੁਸ਼ਕਿਸਮਤੀ ਆ ਉੱਥੇ ਹਰ ਟਾਈਮ ਟੋਭੇ ਰਹਿੰਦੇ ਆ, ਯਾਨੀ ਕਹਿਣ ਦਾ ਮਤਲਬ ਤੈਰਾਕ ਜਿਹੜੇ ਹੁੰਦੇ ਆ, ਤਾਂ ਉਹਨਾਂ ਨੇ ਕੱਢ ਲਿਆ। ਤੇ ਜੇ ਕੋਈ ਖੁਦਾ ਨਾ ਖਾਸਤਾ ਕੋਈ ਮੌਤ ਹੋ ਜਾਂਦੀ ਕਿਸੇ ਟੀਚਰ ਦੀ ਤਾਂ ਉਹਨਾਂ ਦਾ ਘਰ ਤੇ ਅਸਲੇ ਪੱਟਿਆ ਜਾਣਾ ਹੈਗਾ। ਕੀ ਕਰੂਗਾ ਡਿਗਰੀਆਂ ਕਰਕੇ ਬੰਦਾ? ਫਿਰ ਲੋਕ ਕਹਿ ਦਿੰਦੇ ਆ ਕਿ ਉਚੇਰੀ ਸਿੱਖਿਆ ਨਹੀਂ ਹਾਸਲ ਕਰਦੇ ਪੰਜਾਬੀ। ਉਚੇਰੀ ਸਿੱਖਿਆ ਹਾਸਲ ਕਰਕੇ ਤੇ ਜਾਣਾ ਕਿੱਥੇ ਆ? ਇਹ ਵੀ ਤੇ ਪੰਜਾਬੀਆਂ ਨੂੰ ਦੱਸ ਦਿਓ। ਜੇ ਫੇਰ ਦਿਹਾੜੀਆਂ ਕਰਨੀਆਂ ਨੇ, ਫੇਰ ਮਜ਼ਦੂਰੀਆਂ ਕਰਨੀਆਂ ਨੇ, ਜਾਂ ਫੇਰ ਕੈਨੇਡਾ ਅਮਰੀਕਾ 'ਚ ਜਾ ਕੇ ਧੱਕੇ ਖਾਣੇ ਆ, ਤੇ ਫੇਰ ਉਹ ਅਗਲਾ ਪਹਿਲੇ ਹੀ ਬੰਦੋਬਸਤ ਕਰ ਲਵੇ ਆਪਦਾ। ਸੋ ਹੁਣ ਉਹਨਾਂ ਨੇ ਧਰਨਾ ਲਾਇਆ। ਇਹਨਾਂ ਨੂੰ ਹਾਲੇ ਵੀ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੀ। ਠੀਕ ਆ, ਤੁਸੀਂ ਇੱਕੋ ਵਾਰੀ ਸਭਨਾਂ ਨੂੰ ਨੌਕਰੀ ਨਹੀਂ ਦੇ ਸਕਦੇ, ਪਰ ਘੱਟੋ ਘੱਟ ਭਰੋਸਾ ਤੇ ਦੇ ਸਕਦੇ ਹੋ ਨਾ ਕਿ ਹਾਂ ਭਾਈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਕੁਝ ਸੋਚਾਂਗੇ। ਤਾਂ ਇਹਦੇ ਵਿੱਚ ਤਾਂ ਕੋਈ ਹਾਰ ਜਿੱਤ ਦਾ ਮਸਲਾ ਨਹੀਂ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮਹਿਲਾ ਤੋਂ ਬਾਹਰ ਝਾਕਣਾ ਚਾਹੀਦਾ। ਜਿੱਥੇ ਪੰਜਾਬ ਸਿਸਕ ਰਿਹਾ, ਜਿੱਥੇ ਪੰਜਾਬ ਵਿਲਕ ਰਿਹਾ, ਜਿੱਥੇ ਪੰਜਾਬ ਜਿਹੜਾ ਉਹ ਦਿਨੋਂ ਦਿਨ ਭੁਰਦਾ ਪਿਆ ਬਿਸਕੁਟ ਵਾਂਗਰਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ ਹਾਂ ਤੇ ਕਹਿੰਦੇ ਕੈਪਟਨ ਦੇ ਨਾਲ ਤੁਰਨ ਦੇ ਲਈ ਬਾਜਵਾ ਤਿਆਰ, ਪਰ ਰੱਖੀ ਕਹਿੰਦੇ ਸ਼ਰਤ। ਇਹਨਾਂ ਨੇ ਹੁਣ ਸ਼ਰਤਾਂ ਰੱਖ ਲਈਆਂ ਨੇ ਤਾਂ ਇਹਦਾ ਮਤਲਬ ਇਹ ਹੋਇਆ ਕਿ ਵਿਸ਼ਵਾਸ ਨਹੀਂ ਹੈਗਾ, ਕਿਉਂਕਿ ਸ਼ਰਤਾਂ ਉੱਥੇ ਹੀ ਰੱਖੀਆਂ ਜਾਂਦੀਆਂ ਨੇ ਨਾ ਜਿੱਥੇ ਵਿਸ਼ਵਾਸ ਨਾ ਹੋਵੇ। ਤਾਂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਬਿਆਨ ਦਿੱਤਾ। ਉਹ ਕਹਿੰਦੇ ਆ ਕਿ ਮੈਂ ਕੈਪਟਨ ਦੇ ਨਾਲ ਤੁਰਨ ਵਾਸਤੇ ਤਿਆਰ ਹਾਂ, ਪਰ ਮੇਰੀ ਇੱਕ ਸ਼ਰਤ ਆ। ਸ਼ਰਤ ਉਹ ਕੀ ਕਹਿੰਦੇ ਆ? ਕਹਿੰਦੇ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਬਰਗਾੜੀ ਕਾਂਡ ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦੇਣ ਤਾਂ ਉਹ ਕੈਪਟਨ ਦੇ ਨਾਲ ਤੁਰਨ ਲਈ ਤਿਆਰ ਹਨ, ਤੇ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਭੁਗਤਣ ਲਈ ਉਹ ਕਦੇ ਵੀ ਤਿਆਰ ਨਹੀਂ ਹੋਣਗੇ। ਮਤਲਬ ਸਾਫ਼ ਕਿ ਜਾਂ ਤੇ ਭਾਈ ਏਦਾਂ ਕਰ ਦਿਓ ਕਿ ਬਰਗਾੜੀ ਵਾਲੇ ਦੋਸ਼ੀ ਜਾਂ ਬੇਅਦਬੀ ਵਾਲੇ, ਕਹਿਣ ਦਾ ਭਾਵ ਮਿਸਪ੍ਰਿੰਟਿੰਗ ਹੈ ਮੇਰੇ ਖਿਆਲ ਦੇ ਨਾਲ, ਕਿ ਬਾਈਬਲ ਕਾਂਡ ਵਾਲਾ ਜਾਂ ਜਿਹੜੇ ਬੇਅਦਬੀਆਂ ਦੇ ਦੋਸ਼ੀ ਆ ਉਹਨਾਂ ਨੂੰ ਚੁੱਕ ਕੇ ਅੰਦਰ ਸੁੱਟ ਦਿਓ ਤਾਂ ਮੈਂ ਤੁਹਾਡੇ ਨਾਲ ਤੁਰੂੰਗਾ। ਅਦਰਵਾਈਜ਼ ਭਾਈ ਜੋ ਤੁਹਾਡੇ ਗੁਨਾਹ, ਫਿਰ ਮੈਂ ਉਹਨਾਂ ਗੁਨਾਹਾਂ ਦਾ ਹਿੱਸੇਦਾਰ ਨਹੀਂ ਬਣੂੰਗਾ। ਤਾਂ ਉਹਨਾਂ ਨੇ ਖੱਤ ਵੀ ਲਿਖਿਆ ਸੀਗਾ ਬੀਤੇ ਦਿਨੀ, ਉਹ ਸਭ ਨੂੰ ਪਤਾ ਹੀ ਹੋਣਾ ਕਿ ਕੇਂਦਰੀ ਕਾਨੂੰਨ ਮੰਤਰੀ ਨੂੰ ਇਹਨਾਂ ਨੇ ਚਿੱਠੀ ਵੀ ਲਿਖੀ ਆ ਕਿ ਡਰੱਗ ਦੇ ਮਾਮਲੇ 'ਚ ਕੁਛ ਕਰੋ ਜੀ। ਤਾਂ ਹੁਣ ਇਹ ਇਹਨਾਂ ਦਾ ਜਿਹੜਾ ਰੁਖ ਆ ਉਹ ਥੋੜਾ ਜਿਹਾ ਚੇਂਜ ਹੋਇਆ, ਪਰ ਫਿਰ ਵੀ ਚੇਂਜ ਹੋਏ ਤੋਂ ਵੀ ਚੁਣੌਤੀ ਆ ਕਿ ਭਾਈ ਇਸ ਤਰ੍ਹਾਂ ਕਰੋਗੇ ਤਾਂ ਫਿਰ ਮੈਂ ਤੁਹਾਡੇ ਨਾਲ ਤੁਰ ਪਊਂਗਾ। ਪਰ ਇਹ ਗੱਲਾਂ ਕਹਿਣ ਦੀਆਂ ਨੇ, ਅੰਦਰੋਂ ਕਿੰਨੇ ਤੁਰਨਾ ਉਹ ਸਭ ਨੂੰ ਪਤਾ ਹੀ ਆ। ਵੈਸੇ ਅੱਜ ਨਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਬੜਾ ਖੂਬਸੂਰਤ ਬਿਆਨ ਦਿੱਤਾ। ਉਹ ਕਹਿੰਦੇ ਕਿ ਸਿਆਸੀ ਆਗੂ ਜਿਹੜੇ ਆ ਹੁੰਦੇ ਹੀ ਸਭ ਤੋਂ ਵੱਡੇ ਨਾਟਕਬਾਜ਼ ਆ। ਇਹ ਖੁਦ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੰਤਰੀ ਕਹਿ ਰਹੇ ਆ, ਕਹਿੰਦੇ ਸਿਆਸੀ ਆਗੂ ਹੁੰਦੇ ਨੇ ਸਭ ਤੋਂ ਵੱਡੇ ਨਾਟਕਬਾਜ਼। ਤਾਂ ਇਹ ਹੋ ਸਕਦਾ ਪ੍ਰਤਾਪ ਸਿੰਘ ਬਾਜਵਾ ਵੀ ਉਹੀ ਕੋਈ ਕਿਰਦਾਰ ਕਰ ਰਹੇ ਹੋਣ ਜਿਹੜਾ ਉਹ ਦੱਸ ਰਹੇ ਆ। ਤਾਂ ਬਹਰਹਾਲ ਇਹਨਾਂ ਦਾ ਜਿਹੜਾ ਆਪਸੀ ਮੇਲ ਤਫਾਕ ਆ ਮੇਰੇ ਖਿਆਲ ਦੇ ਨਾਲ ਉਹ ਵੈਸਾ ਨਹੀਂ ਹੋਣਾ ਜਿਹੜਾ 2002 ਦੀ ਜਦੋਂ ਸਰਕਾਰ ਬਣੀ ਸੀ ਵੈਸਾ ਸੀਗਾ। ਤਾਂ ਹੁਣ ਐਸਾ ਨਹੀਂ ਹੋਏਗਾ। ਤਾਂ ਇਹ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਹੋਰ ਮੇਰੇ ਖਿਆਲ ਦੇ ਨਾਲ
ਰਣਨੀਤਿਕ ਪੈਂਤੜਾ ਅਖਤਿਆਰ ਕੀਤਾ ਕਿ ਹਾਂ ਭਾਈ ਮੈਂ ਆ ਜਾਣਾ, ਮੈਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ, ਮੈਂ ਤੁਹਾਡੀ ਮੁਖਾਲਫਤ ਨਹੀਂ ਕਰਦਾ, ਪਰ ਪਹਿਲਾਂ ਐ ਕਰੋ ਕਿ ਚੱਕ ਕੇ ਦੋਸ਼ੀ ਅੰਦਰ ਸੁੱਟੋ। ਹੁਣ ਇਸ਼ਾਰਾ ਕਿਹਦੇ ਵੱਲ ਆ ਉਹ ਸਾਰੇ ਸਮਝ ਗਏ ਹੋਣਗੇ, ਤੇ ਨਾ ਨੌਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫੌਜ ਵਿੱਚ ਭਰਤੀ ਨਾ ਹੋਣ ਦੇ ਉੱਤੇ ਲੈ ਲਈ ਉਸਨੇ ਆਪਣੀ ਜਾਨ। ਦੇਖੋ ਇਹ ਜਿਹੜਾ ਨੌਜਵਾਨ ਸੀਗਾ ਇਹ 20 ਕੁ ਸਾਲਾਂ ਦਾ ਸੀਗਾ, ਜਿਹੜਾ ਭਰਤੀ ਵੇਖ ਕੇ ਵਾਪਸ ਪਰਤਿਆ, ਤੇ ਉਸ ਤੋਂ ਬਾਅਦ ਕਿਉਂਕਿ ਉਹਦੀ ਨੌਕਰੀ ਲੱਗੀ ਨਹੀਂ, ਭਰਤੀ ਦੇ ਵਿੱਚ ਉਹ ਰਹਿ ਗਿਆ, ਤਾਂ ਉਹਨੇ ਪਿੰਡ ਆ ਕੇ ਖੁਦਕੁਸ਼ੀ ਕਰ ਲਈ। ਘਟਨਾ ਸ਼ਾਇਦ ਜਵਾਰ ਕੇ ਪਿੰਡ ਦੀ ਹੈ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਹੈ। ਤਾਂ ਬਹੁਤ ਮੰਦਭਾਗੀ ਗੱਲ ਹੈ। ਮੈਨੂੰ ਚੇਤਾ ਆ ਕਿ ਇਸੇ ਜ਼ਿਲ੍ਹੇ ਦੇ ਵਿੱਚ ਅੱਜ ਤੋਂ 2-2.5 ਸਾਲ ਪਹਿਲਾਂ ਵੀ ਇੱਕ ਮੁੰਡੇ ਨੇ ਖੁਦਕੁਸ਼ੀ ਇਸੇ ਚੱਕਰ 'ਚ ਕੀਤੀ ਸੀ। ਜ਼ਿਮੀਂਦਾਰੀ ਛੋਟੀ ਸੀ, ਖੇਤੀ ਛੋਟੀ ਸੀਗੀ, ਨੌਕਰੀ ਦਾ ਦਬਾਅ ਸੀ, ਨੌਕਰੀ ਨਹੀਂ ਸੀ ਮਿਲ ਰਹੀ, 1-2 ਨੇ ਟਰਾਈਆਂ ਕੀਤੀਆਂ, ਤਾਂ ਉਸ ਤੋਂ ਬਾਅਦ ਉਹ ਮੁੰਡੇ ਨੇ ਸਪਰੇਅ ਪੀ ਲਈ ਸੀ। ਇਸੇ ਜ਼ਿਲ੍ਹੇ ਦੀ ਉਹ ਘਟਨਾ। ਇਸ ਤੋਂ ਇਲਾਵਾ 1 ਸਾਲ 1.5 ਸਾਲ ਪਹਿਲਾਂ ਵੀ ਘਟਨਾ ਵਾਪਰੀ ਸੀ। ਕੋਈ ਮੁੰਡਾ ਫਿਰੋਜ਼ਪੁਰ ਦਾ ਸੀਗਾ ਜਿਹੜਾ ਜਲੰਧਰੋਂ ਵੇਖ ਕੇ ਆ ਰਿਹਾ ਸੀਗਾ ਭਰਤੀ ਉਹ ਹੋਇਆ ਨਹੀਂ, ਰਿਜੈਕਸ਼ਨ ਹੋ ਗਈ, ਤੇ ਉਹਨੇ ਦੁਰਾਏ ਦੇ ਲਾਗੇ ਇੱਕ ਨਹਿਰ 'ਚ ਛਾਲ ਮਾਰ ਦਿੱਤੀ ਸੀਗੀ। ਤਾਂ ਇਹ ਚੀਜ਼ਾਂ ਨੂੰ ਮੈਂ ਨਾਲ ਇਸ ਕਰਕੇ ਜੋੜ ਰਿਹਾ ਕਿ ਵੇਖੋ ਇਸ ਉਮਰ ਦੇ ਵਿੱਚ ਹੀ ਜ਼ਿੰਦਗੀ ਹਾਰ ਰਹੀ ਹੈ, ਹੌਸਲਾ ਟੁੱਟ ਰਿਹਾ। ਇਹ ਸਾਡੇ ਵਾਸਤੇ ਬੱਚਾ ਕੋਈ ਕਿਸੇ ਦਾ ਮਰਿਆ ਉਹ ਤੇ ਬਹੁਤ ਵੱਡਾ ਘਾਟਾ, ਉਹ ਤੇ ਕਿਸੇ ਵੀ ਹਾਲਤ ਦੇ ਵਿੱਚ ਭਰਪਾਈ ਕੋਈ ਬੰਦਾ ਕਰ ਹੀ ਨਹੀਂ ਸਕਦਾ। ਪਰ ਸਾਡੇ ਲਈ ਚਿੰਤਾ ਜਿਹੜੀ ਹੈਗੀ ਆ ਉਹ ਇਸ ਚੀਜ਼ ਦੀ ਆ ਕਿ ਜਿਸ ਉਮਰ ਦੇ ਵਿੱਚ ਬੰਦਾ ਸਭ ਤੋਂ ਜ਼ਿਆਦਾ ਜੁਝਾਰੂ ਹੁੰਦਾ, ਸਭ ਤੋਂ ਜ਼ਿਆਦਾ ਜੋਸ਼ੀਲਾ ਹੁੰਦਾ, ਸਭ ਤੋਂ ਜ਼ਿਆਦਾ ਆਸਵੰਦ ਹੁੰਦਾ, ਸਭ ਤੋਂ ਜ਼ਿਆਦਾ ਉਹ ਕਹਿ ਲਈਏ ਕਿ ਊਰਜਾਵਾਨ ਹੁੰਦਾ, ਉਸ ਜਵਾਨੀ ਦੇ ਪੜਾਅ ਤੇ ਆ ਕੇ ਬੱਚੇ ਆਪਣੇ ਆਪ ਨੂੰ ਨਿਰਾਸ਼ ਕਰਕੇ ਖੁਦਕੁਸ਼ੀ ਦੇ ਮੂੰਹ 'ਚ ਪਾ ਲੈਣ, ਇਹ ਸਾਡੇ ਵਾਸਤੇ ਸਮਾਜੀ ਤੌਰ ਤੇ ਬਹੁਤ ਚਿੰਤਾ ਦਾ ਸਬਬ ਆ। ਹਾਲਾਂਕਿ ਬਹੁਤ ਘੱਟ ਚਰਚਾ ਹੁੰਦੀ ਹੈ ਇਹੋ ਜਿਹੀਆਂ ਚੀਜ਼ਾਂ ਦੀ, ਤਾਂ ਪਰ ਮੇਰੇ ਖਿਆਲ ਦੇ ਨਾਲ ਸਾਨੂੰ ਵੇਖਣਾ ਹੋਏਗਾ ਕਿ ਅਸੀਂ ਜਿਸ ਇਤਿਹਾਸ ਦੇ ਨਾਲ ਜੁੜੇ ਹੋਏ ਹਾਂ ਉਸ ਇਤਿਹਾਸ ਦੇ ਵਿੱਚ ਤੇ ਸਿਰਾਂ ਦੇ ਮੁੱਲ ਪਏ ਹੋਏ ਆ। ਉੱਥੇ ਤੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਪਰ ਫਿਰ ਵੀ ਇੱਕ ਮੌਜ ਸੀ, ਇੱਕ ਜੋਸ਼ ਸੀ, ਇੱਕ ਜਨੂਨ ਸੀਗਾ। ਤਾਂ ਨਾ ਸਿਰਫ ਸਰਵਾਈਵਲ ਕਰਕੇ ਬੈਠੇ ਬਲਕਿ ਇਤਿਹਾਸ ਦੇ ਵਿੱਚ ਵਿਰਾਜਮਾਨ ਵੀ ਹੋਏ ਆ। ਤਾਂ ਅਸੀਂ ਉਹਨਾਂ ਦੀਆਂ ਅੰਸ਼ਾਂ ਇਸ ਤਰ੍ਹਾਂ ਹਾਰ ਰਹੇ ਹਾਂ, ਇਸ ਤਰ੍ਹਾਂ ਟੁੱਟ ਰਹੇ ਹਾਂ। ਤਾਂ ਇਹ ਮੇਰੇ ਖਿਆਲ ਦੇ ਨਾਲ ਇੱਕ ਤੇ ਹੈਗੀ ਆ ਚਿੰਤਾ ਕਿ ਨੌਕਰੀਆਂ ਨਹੀਂ ਮਿਲ ਰਹੀਆਂ, ਰੁਜ਼ਗਾਰ ਜਿਹੜਾ ਉਹ ਸਰਜੀਤ ਨਹੀਂ ਹੋ ਰਿਹਾ, ਤਾਂ ਦੂਸਰੇ ਪਾਸੇ ਸਾਡੇ ਲਈ ਦੋਹਰੀ ਮਾਰ ਕੀ ਆ ਕਿ ਸਾਡੇ ਬੱਚੇ ਆ ਜਿਹੜੇ ਸਾਡੇ ਜਿਹੜੇ ਭਵਿੱਖ ਆ ਜਾਂ ਸਾਡੀਆਂ ਅੱਖਾਂ ਦੇ ਤਾਰੇ ਆ ਜਾਂ ਬੁਢਾਪੇ ਦੀ ਜਿਹੜੀ ਡੰਗੋਰੀ ਆ, ਉਹ ਸਾਰੇ ਬੱਚੇ ਸਾਡੇ ਜਿਹੜੇ ਇਸ ਤਰ੍ਹਾਂ ਦੇ ਹੌਸਲੇ 'ਚ ਚਲੇ ਜਾਣਗੇ ਜਿਹਨੂੰ ਆਪਾਂ ਢਹਿੰਦੀ ਕਲਾ ਵਾਲਾ ਹੌਸਲਾ ਕਹਿੰਦੇ ਆ, ਤਾਂ ਬਹੁਤ ਬਹੁਤ ਮੁਸ਼ਕਿਲ ਆ। ਬਾਕੀ ਇਹ ਸਾਨੂੰ ਸਿਖਾਉਣਾ ਪਵੇਗਾ कि मुश्किलों से भाग जाना आसान होता है, हर पहलू जिंदगी का इम्तिहान होता है। डरने वालों को मिलता नहीं कुछ जिंदगी में, लड़ने वालों के कदमों में जहान होता है। सो ये गल जिहड़ी आ वो सानू समझाउणी पैगी और ये चीज़ जिहड़ी है समाजिक चेतना जिहड़ी वो किसी एक बंदे दे वस दी गल नहीं, गौरमेंट नूं और समाज नूं रल के इस पासे सोचना पऊगा, विचारना पऊगा। जी जी। अगली गल करते कहते पंजाब विच कोरोना पीड़ित दी होई आ पुष्टि। देखो हाँ, देर शाम ये खबर आई है कि शायद इटली तो कोई परत्या व्यक्ति जिहदी पुष्टि हुई है कि वो पॉजिटिव है, ते चलो सुखदे आ कि कोई नुकसान ना होवे। बाकी बहुत ज्यादा इस वेले तां कह लीए कि पंजाब दे विच भी इस चीज़ नूं लैके किते ना किते डर वाली एक बदली छाई हुई आ। ਇਹਦੇ ਵਿੱਚ ਹੁਣ ਇਹਨਾਂ ਨੇ ਕੀ ਕੀਤਾ ਵਾ ਕਿ ਜਿਹੜੇ 에ਅਰਪੋਰਟ ਆ ਖਾਸ ਤੌਰ ਤੇ ਮੋਹਾਲੀ, ਅੰਮ੍ਰਿਤਸਰ, ਉੱਥੇ ਟੀਮਾਂ ਹੀ ਤਾਇਨਾਤ ਕਰਤੀਆਂ ਪੱਕੇ ਤੌਰ ਤੇ। ਤਾਂ ਉਹ ਟੀਮਾਂ ਜਿਹੜੀਆਂ ਉਹ ਚੈੱਕਅਪ ਕਰ ਰਹੀਆਂ ਸਭ ਦਾ। ਫਿਰ ਦੂਸਰੇ ਪਾਸੇ ਜੇ ਹੋਰ ਆਪਾਂ ਕੁਛ ਅਪਡੇਸ਼ਨ ਦੇਖੀਏ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਕੇਰਲ ਦੇ ਵਿੱਚ ਇੱਕ 3 ਸਾਲ ਦੇ ਬੱਚੇ ਨੂੰ ਵੀ ਦੱਸਦੇ ਆ ਕਿ ਕਰੋਨਾ ਵਾਇਰਸ ਹੈ। ਉਹ ਸ਼ੱਕੀ ਹੈ ਵੈਸੇ, ਪਰ ਦੱਸਦੇ ਆ ਕਿ ਇਹ ਮਾਮਲਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਹੈ ਕਿ 3 ਸਾਲ ਦਾ ਬੱਚਾ ਵੀ ਲਪੇਟੇ 'ਚ ਆਇਆ ਲੱਗਦਾ ਹੈ। ਤੇ ਗਿਣਤੀ ਜਿਹੜੀ ਮ੍ਰਿਤਕਾਂ ਦੀ ਆ ਉਹ 45 ਹੋਈ ਮਰੀਜ਼ਾਂ ਦੀ, ਤਾਂ ਇੱਕ ਮ੍ਰਿਤਕ ਵੀ ਇਹਦੇ 'ਚ ਸ਼ਾਮਲ ਆ, ਮਤਲਬ ਕਿ ਇੱਕ ਮੌਤ ਵੀ ਹੋਈ ਹੈ ਦੱਸਦੇ ਆ। ਜੰਮੂ ਕਸ਼ਮੀਰ 'ਚ 400 ਦੇ ਕਰੀਬ ਬੰਦੇ ਆ ਜਿਹੜੇ ਉਹ ਆਈਸੋਲੇਟ ਕੀਤੇ ਗਏ ਆ। ਵੈਸੇ ਉਹ ਤੇ ਪਹਿਲਾਂ ਹੀ ਵਿਚਾਰੇ ਆਈਸੋਲੇਟ ਆ, ਤਾਂ ਉਹਨਾਂ ਦੇ ਵਿੱਚੋਂ ਵੀ 401 ਵੱਖਰੇ ਤੌਰ ਤੇ ਆਈਸੋਲੇਟ ਕਰ ਦਿੱਤੇ ਗਏ ਆ।
ਨਰਿੰਦਰ ਮੋਦੀ ਜੀ ਦਾ ਬੰਗਲਾਦੇਸ਼ ਦੌਰਾ ਜਿਹੜਾ ਰੱਦ ਹੋ ਗਿਆ। ਮੇਰੇ ਖਿਆਲ ਦੇ ਨਾਲ ਸਭ ਤੋਂ ਘਾਟਾ ਜ਼ਿਆਦਾ ਪ੍ਰਧਾਨ ਮੰਤਰੀ ਨੂੰ ਪੈਣਾ, ਕਿਉਂਕਿ ਉਹਨਾਂ ਦੇ ਹੁਣ ਨੂੰ 10-8 ਦੇਸ਼ ਗਾਹ ਦੇਣੇ ਸੀ ਘੱਟੋ ਘੱਟ ਜੇ ਆ ਕੰਮ ਨਾ ਚੱਲਦਾ। ਖੈਰ ਮਹਾਰਾਸ਼ਟਰ 'ਚ 15 ਲੋਕ ਉਹ ਆਈਸੋਲੇਸ਼ਨ ਦੇ ਵਿੱਚ ਆ। ਇਸ ਤੋਂ ਇਲਾਵਾ ਮੱਛੀ, ਮੀਟ, ਅੰਡਾ ਜਿਹੜਾ ਇਹਦਾ ਬਾਜ਼ਾਰ ਆ ਉਹਦੇ 'ਚ ਬਹੁਤ ਮੰਦੀ ਆਉਣ ਦੀ ਸੰਭਾਵਨਾ, ਕਿਉਂਕਿ ਅਫਵਾਹਾਂ ਵੀ ਚੱਲ ਰਹੀਆਂ ਨੇ, ਕੁਛ ਲੋਕ ਜਿਹੜੇ ਡਰੇ ਵੀ ਹੋਏ ਆ, ਤਾਂ ਇਸ ਕਰਕੇ ਇਸ ਮਾਰਕੀਟ ਤੇ ਅਸਰ ਪਊਗਾ। ਦੂਜੀ ਗੱਲ ਜਿਹੜੀ ਆ ਉਹ ਅੱਜ ਬਹੁਤ ਵੱਡੀ ਕ੍ਰਿਕਟ ਪ੍ਰੇਮੀਆਂ ਲਈ ਸੀਗੀ ਕਿ ਪਹਿਲਾਂ ਖਬਰ ਆ ਗਈ ਕਿ IPL ਨੂੰ ਮੁਅੱਤਲ ਕਰ ਦਿੱਤਾ ਗਿਆ, ਔਰ ਇੰਨੀ ਜ਼ਿਆਦਾ ਖਬਰ ਫੈਲੀ ਕਿ ਖੁਦ ਸੌਰਵ ਗੰਗੂਲੀ ਨੂੰ ਮੈਦਾਨ 'ਚ ਆਉਣਾ ਪਿਆ। ਤਾਂ ਉਹਨੇ ਕਿਹਾ ਕਿ ਹਾਲ ਦੀ ਘੜੀ ਅਸੀਂ ਇਹ ਫੈਸਲਾ ਨਹੀਂ ਲਿਆ, ਮਤਲਬ ਕਿ ਹਾਲੇ ਅਸੀਂ ਇੰਤਜ਼ਾਰ ਕਰਾਂਗੇ। ਦੂਜੇ ਪਾਸੇ ਹੋਲੀ ਜਿਹੜੀ ਆ ਉਹ ਆ ਗਈ ਆ, ਕੁਛ ਘੰਟੇ ਬਾਕੀ ਆ, ਤਾਂ ਇਸ ਮੌਕੇ ਤੇ ਰੰਗਾਂ ਤੋਂ ਵੀ ਲੋਕ ਡਰਦੇ ਪਏ ਆ ਤੇ ਇਸ ਵਾਰੀ ਦੱਸਦੇ ਆ ਕਿ ਰੰਗਾਂ ਨਾਲੋਂ ਫੁੱਲਾਂ ਦੀ ਡਿਮਾਂਡ ਵਧੇਰੇ ਆ। ਜੀ 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 ਤੇ ਮਿੰਟੂ ਜੀ ਜਾਂਦੇ ਜਾਂਦੇ ਦੱਸ ਦਿਓ ਵੀ MP ਦੇ ਵਿੱਚ ਕੀ ਬਣ ਰਿਹਾ? ਦੇਖੋ MP ਦੇ ਵਿੱਚ ਕੰਮ ਹੈ ਜਿਹੜਾ ਉਹ ਕਾਂਗਰਸ ਦਾ ਖਰਾਬ ਹੀ ਜਾਪਦਾ। ਕੁਛ ਇਹਨਾਂ ਦੇ ਵਿਧਾਇਕ ਪਹਿਲਾਂ ਤੇ ਪਰਤ ਆਏ ਸਨ ਤੇ ਹੁਣ ਖਬਰ ਇਹ ਆਉਣ ਰਹੀ ਆ ਕਿ ਇਹਨਾਂ ਦੇ 17 ਵਿਧਾਇਕ ਜਿਹੜੇ ਆ ਉਹ ਕਰਨਾਟਕ 'ਚ ਵੇਖੇ ਗਏ ਆ। ਤਾਂ ਕਰਨਾਟਕ 'ਚ ਕੌਣ ਹੈ? ਕਰਨਾਟਕ 'ਚ ਉਹੀ ਬੈਠੇ ਆ ਜਿਨ੍ਹਾਂ ਨੇ ਅੱਗੇ ਨਾਟਕ ਵਿਖਾਇਆ ਸੀ ਇਹਨਾਂ ਨੂੰ। ਤਾਂ ਲੱਗਦਾ ਉਹ ਆ ਜਿਹੜਾ ਮੈਂ ਉਦੋਂ ਵੀ ਸਵਾਲ ਛੱਡਿਆ ਸੀਗਾ ਕਿ ਜੋਤੀਰਾਦਿੱਤਿਆ ਸਿੰਧੀਆ ਦੀ ਚੁੱਪ ਹੈ ਨਾ ਜਿਹੜੀ, ਉਹ ਚੁੱਪ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਆ। ਤਾਂ ਹੁਣ ਉਹੀ ਚੀਜ਼ ਜਾਪਦੀ ਆ। ਕਿਉਂਕਿ ਮੈਂ ਹੁਣ ਇੱਕ ਬਹੁਤ ਵੱਡੇ ਪੋਰਟਲ ਦੀ ਖਬਰ ਪੜ੍ਹਦਾ ਪਿਆ ਸੀਗਾ, ਤਾਂ ਉਹ ਇਹੋ ਹੀ ਦੱਸ ਰਹੇ ਆ ਕਿ ਜੋਤੀਰਾਦਿੱਤਿਆ ਸਿੰਧੀਆ ਦੇ ਹੀ ਉਹ ਗਰੁੱਪ ਦੇ ਬੰਦੇ ਆ। ਤਾਂ ਇਹਦਾ ਮਤਲਬ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਇਹਨਾਂ ਨੇ ਜਿਹੜੀ ਸੱਦੀ ਆ ਕੱਲ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਤਾਂ ਲੱਗਦਾ ਇਹੋ ਆ ਕਿ ਇਹਨਾਂ ਨੇ ਇਹਨਾਂ ਦਾ ਮੰਤਰ ਇੱਥੇ ਵੀ ਪੜ੍ਹ ਦੇਣਾ, ਮੱਧ ਪ੍ਰਦੇਸ਼ ਦੇ ਵਿੱਚ ਵੀ। ਔਰ ਇਹ ਚੀਜ਼ ਪਹਿਲਾਂ ਹੀ ਮੰਨੀ ਜਾ ਰਹੀ ਸੀਗੀ ਕਿ ਇਹਨਾਂ ਦੀ ਕੁਰਸੀ ਦੇ ਪਾਵੇ ਜਿਹੜੇ ਆ ਉਹ ਬੜੇ ਤਿਲਕਵੇਂ ਆ। ਪਤਾ ਨਹੀਂ ਕਦੋਂ ਉਹਨਾਂ ਨੇ ਇਹਨਾਂ ਦੇ ਥੱਲਿਓਂ ਇਹ ਝਟਕਾ ਮਾਰ ਕੇ ਕੁਰਸੀ ਜਿਹੜੀ ਖਿਸਕਾ ਦੇਣੀ ਹੈ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ